ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ। ਚਾਕਰ ਲੱਗਾ ਚਾਕਰੀ, ਨਾਲੇ ਗਾਰਬਵਾਦ। ਗੱਲਾਂ ਕਰੇ ਕਨੇਰੀਆਂ, ਖਸਮ ਨ ਪਾਏ ਸਾਧ। ਗੁਰੂ ਸਵਾਰੀ ਸੰਗਤ ਜੀ, ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਰਚਨਾ ਸ਼੍ਰੀ ਆਸਾ ਜੀ ਦੀ ਵਾਰ ਦੀ ਇਹ 22ਵੀਂ ਪੌੜੀ ਹੈ, ਜਿਸ ਦੇ ਵਿੱਚ ਸ਼ਲੋਕ ਜੋ ਹਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ ਜੀ। ਪੌੜੀ ਗੁਰੂ ਨਾਨਕ ਸਾਹਿਬ ਜੀ ਦੀ ਹੈ ਜੀ। ਸਮੁੱਚੇ ਸ਼ਲੋਕਾਂ ਦੇ ਵਿੱਚ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਜੋ ਸੇਵਕ ਭਾਵਨਾ ਹੈ ਕਿ ਸੇਵਕ ਦਾ ਸੁਭਾਅ ਕਿਸ ਪ੍ਰਕਾਰ ਦਾ ਹੋਵੇ, ਤੇ ਉਹ ਕੌਣ ਹੈ ਜੋ ਸੇਵਕ ਨਹੀਂ ਹੋ ਸਕਦਾ, ਦਿਖਾਵਾ ਕਰਦਾ ਪਿਆ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕਰਕੇ ਸਮਝਾਇਆ ਹੈ। ਕਿਉਂਕਿ ਸਮੁੱਚੇ ਜੀਵਨ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਹੁਕਮ ਮੰਨਣ ਵਾਲਾ ਕਾਰਜ ਸੀ ਕਿ ਸੇਵਕ ਦੇ ਕੀ ਫਰਜ਼ ਹਨ, ਸੇਵਕ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ, ਸਤਿਗੁਰੂ ਜੀ ਦੇ ਜੀਵਨ ਸ਼ੈਲੀ ਦੇ ਵਿੱਚੋਂ ਉਹ ਜੋ ਵਿਚਾਰਾਂ ਹਨ ਸੇਵਕ ਦੇ ਬਾਰੇ, ਹੁਕਮ ਦੇ ਬਾਰੇ, ਉਹ ਝਲਕਦੀਆਂ ਹਨ, ਦਿਖਾਈ ਦਿੰਦੀਆਂ ਹਨ। ਤੇ ਅਸਲੀ ਸੇਵਕ ਜਾਂ ਅਸਲ ਦੇ ਵਿੱਚ ਸੇਵਕ ਕਿਸ ਪ੍ਰਕਾਰ ਦਾ ਹੋਵੇ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਜੀਵਨ ਤੋਂ ਸਾਨੂੰ ਦਰਸਾਇਆ ਹੈ ਜੀ। ਅਨੇਕਾਂ ਹੀ ਘਟਨਾਵਾਂ ਹਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਸੰਬੰਧੀ। ਜਦੋਂ ਭਾਈ ਲਹਿਣਾ ਦੇ ਰੂਪ ਦੇ ਵਿੱਚ, ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਕਰਤਾਰਪੁਰ ਸਾਹਿਬ ਪਹੁੰਚਦੇ ਹਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਕੋਲ, ਤੇ ਜਿਹੜਾ ਕਾਰਜ ਕੋਈ ਵੀ ਨਹੀਂ ਸੀ ਕਰਦਾ, ਜਿੱਥੇ ਆਕਰ ਹਰੇਕ ਮਨੁੱਖ ਕਿੰਤੂ ਕਰ ਜਾਂਦਾ ਸੀ, ਨਾ ਕਰ ਜਾਂਦਾ ਸੀ, ਉਹ ਕਾਰਜ ਜਿਹੜੇ ਸਨ ਉਹ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸੰਪੂਰਨ ਕੀਤੇ ਜੀ। ਪੁੱਛਦੇ ਵੀ ਸਨ ਲੋਕ, ਆਖਦੇ ਵੀ ਸਨ ਲੋਕ ਕਿ ਇਹ ਕਾਰਜ ਕਿਉਂ ਕਰਦੇ ਪਏ ਹੋ, ਤੇ ਅੱਗੋਂ ਭਾਈ ਲਹਿਣਾ ਜੀ ਦਾ ਉੱਤਰ ਹੁੰਦਾ ਸੀ ਕਿ ਮੇਰੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਹੈ। ਆਪ ਜੀ ਨੇ ਸਾਰਿਆਂ ਸੰਗਤਾਂ ਨੇ ਉਹ ਸਾਖੀ ਸਰਵਣ ਕੀਤੀ ਹੋਵੇਗੀ ਕਿ ਉਹ ਕਿੱਕਰ ਦੇ ਉੱਪਰੋਂ ਬੇਰੀ ਦਾ ਝੜਨਾ, ਕਿੱਕਰ ਦੇ ਉੱਪਰੋਂ ਮਠਿਆਈਆਂ ਦਾ ਝੜਨਾ। ਹਰੇਕ ਨੇ ਆਖ ਦਿੱਤਾ ਕਿ ਇਸ ਪ੍ਰਕਾਰ ਨਹੀਂ ਹੋ ਸਕਦਾ। ਕਿੱਕਰ ਦੇ ਉੱਪਰੋਂ ਮਠਿਆਈਆਂ ਵੀ ਕਦੀ ਕਿਸੇ ਨੇ ਝੜਦੀਆਂ ਵੇਖੀਆਂ ਹਨ। ਜਦੋਂ ਤੁਰੇ ਹਨ ਭਾਈ ਲਹਿਣਾ ਜੀ ਇਸ ਹੁਕਮ ਨੂੰ ਪ੍ਰਵਾਨ ਕਰਦਿਆਂ ਹੋਇਆ ਤੇ ਰੋਕਿਆ ਹੈ, ਲਹਿਣਾ ਜੀ ਕੀ ਇਸ ਰੁੱਖ ਤੋਂ ਮਠਿਆਈਆਂ ਡਿੱਗਣਗੀਆਂ? ਤਾਂ ਭਾਈ ਲਹਿਣਾ ਜੀ ਨੇ ਆਖਿਆ ਸੀ ਕਿ ਮਠਿਆਈਆਂ ਡਿੱਗਣੀਆਂ ਜਿਹੜੀਆਂ ਹਨ ਰੁੱਖ ਦੇ ਉੱਪਰੋਂ, ਇਹ ਗੁਰੂ ਨਾਨਕ ਦਾ ਕਾਰਜ ਹੈ। ਮੇਰੇ ਲਈ ਸਿਰਫ ਇੰਨਾ ਹੁਕਮ ਕਿ ਮੈਂ ਇਸ ਰੁੱਖ ਤੇ ਚੜ੍ਹ ਕੇ ਇਸ ਨੂੰ ਹਿਲਾਉਣਾ ਹੈ। ਮਠਿਆਈਆਂ ਡਿੱਗਣੀਆਂ ਮੇਰੇ ਵੱਸ ਨਹੀਂ, ਇਹ ਗੁਰੂ ਨਾਨਕ ਦਾ ਕਾਰਜ ਹੈ। ਮੈਂ ਤਾਂ ਸਿਰਫ ਹੁਕਮ ਨੂੰ ਪ੍ਰਵਾਨ ਕਰਨਾ, ਤੇ ਮੈਨੂੰ ਹੁਕਮ ਇਹ ਪ੍ਰਵਾਨ ਹੋਇਆ ਹੈ ਕਿ ਇਸ ਰੁੱਖ ਦੇ ਉੱਪਰ ਚੜ੍ਹ ਜਾਵੋ ਤੇ ਉੱਪਰ ਚੜ੍ਹ ਕੇ ਇਸ ਦੇ ਟਹਿਣਾਂ ਨੂੰ, ਇਸ ਨੂੰ ਹਿਲਾਉਣਾ ਕਰੋ। ਮਠਿਆਈਆਂ ਡਿੱਗਣਗੀਆਂ, ਮਠਿਆਈਆਂ ਮੈਂ ਨਹੀਂ ਸੁੱਟਣੀਆਂ, ਉਹ ਗੁਰੂ ਨਾਨਕ ਦਾ ਕਾਰਜ ਹੈ। ਮੇਰੇ ਲਈ ਇੰਨਾ ਹੀ ਹੁਕਮ ਹੈ ਕਿ ਇਸ ਦਰਖਤ ਦੇ ਟਹਿਣ ਜਿਹੜੇ ਹਨ ਉਹਨਾਂ ਨੂੰ ਹਿਲਾਇਆ ਜਾਵੇ। ਸੋ ਉਹ ਮੈਂ ਕਾਰਜ ਕਰਾਂਗਾ। ਨਤੀਜਾ ਕੀ ਹੋਵੇਗਾ ਇਹ ਮੇਰਾ ਮਾਲਕ ਜਾਣਦਾ ਹੈ ਕਿ ਉਸਨੇ ਕਿਸ ਪ੍ਰਕਾਰ ਤੇ ਕੀ ਕੌਤਕ ਵਰਤਾਉਣਾ ਹੈ। ਬਾਹਰ ਹਨ ਪੈਲੀ ਦੇ ਵਿੱਚ, ਜ਼ਮੀਨ ਦੇ ਵਿੱਚ ਜਿੱਥੇ ਕਿਰਤ ਹੋ ਰਹੀ ਹੈ, ਖੇਤੀਬਾੜੀ ਦਾ ਕਾਰਜ ਹੋ ਰਿਹਾ, ਝੋਨੇ ਦੇ ਵਿੱਚੋਂ ਨਦੀਨ ਕੱਢਿਆ ਜਾ ਰਿਹਾ ਹੈ। ਤੇ ਜਦੋਂ ਉਹ ਨਦੀਨ ਕੱਢ ਕੇ ਪੰਡਾਂ ਬੰਧੀਆਂ ਗਈਆਂ, ਘਰ ਨੂੰ ਲੈ ਕਰ ਤੁਰਨ ਲੱਗੇ, ਤੇ ਹਰੇਕ ਦੇ ਮਨ ਦੇ ਵਿੱਚ ਹੈ ਜੀ ਕਿ ਜਿਹੜਾ ਨਦੀਨ ਹੈ
ਉਸ ਦੇ ਵਿੱਚੋਂ ਚਿੱਕੜ ਜਿਹੜਾ ਹੈ ਉਹ ਡਿੱਗ ਰਿਹਾ ਹੈ, ਪਾਣੀ ਡਿੱਗਦਾ ਪਿਆ ਗਿੱਲਾ ਹੈ, ਤਾਂ ਕੱਪੜੇ ਵਸਤਰ ਆਦਿ ਖਰਾਬ ਹੋਵਣਗੇ। ਪਰ ਕਿਸੇ ਵੀ ਵਸਤੂ, ਕਿਸੇ ਪਦਾਰਥ, ਕਿਸੇ ਵਸਤਰ ਦਾ ਫਿਕਰ ਨਾ ਕਰਦਿਆਂ ਹੋਇਆਂ ਭਾਈ ਲਹਿਣਾ ਜੀ ਨੇ ਉਹ ਜਿਹੜੀ ਚਿੱਕੜ ਦੀ ਪੰਡ ਸੀ, ਨਦੀਨ ਦੀ ਪੰਡ ਸੀ, ਉਹ ਸਿਰ ਤੇ ਚੁੱਕੀ ਸੀ। ਤੇ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਸੀ ਕਿ ਇਹ ਸੰਸਾਰ ਦੀ ਜਿਹੜੀ ਵਿਕਾਰਾਂ ਦੀ ਪੰਡ ਉਸ ਨੂੰ ਸਿਰ ਤੇ ਸੁੱਟ ਕੇ ਦੂਰ ਸੁੱਟ ਆਵਣਗੇ ਤੇ ਲੁਕਾਈ ਨੂੰ ਵਿਕਾਰਾਂ ਤੋਂ ਬਚਾਉਂਦੇ ਹੋਵਣਗੇ। ਫਿਰ ਇੱਕ ਹੋਰ ਘਟਨਾ ਵਾਪਰੀ ਕਿ ਚਿੱਕੜ ਦੇ ਵਿੱਚ ਡਿੱਗਿਆ ਸੀ ਕਮੰਡਲ, ਕੋਈ ਕਹਿਦਾ, ਕੋਈ ਗਲਵਾ ਗੜਵਾ ਕਹਿੰਦਾ, ਬਰਤਨ ਡਿੱਗਿਆ ਸੀ ਜੀ। ਬਰਤਨ ਚੱਕ ਕੇ ਲਿਆਉਣ ਵਾਸਤੇ ਹਰੇਕ ਨੂੰ ਕਹਿਆ ਗਿਆ। ਕਿਸੇ ਨੇ ਆਖਿਆ ਘਰ ਦੇ ਵਿੱਚ ਬੜੇ ਬਰਤਨ ਹਨ, ਉਥੋਂ ਨਵਾਂ ਬਰਤਨ ਤੁਸੀਂ ਲੈ ਲਿਓ। ਕੋਈ ਆਖੇ ਬਾਜ਼ਾਰ ਤੋਂ ਲੈ ਆਵਾਂਗਾ। ਪਰ ਭਾਈ ਲਹਿਣਾ ਜੀ ਨੂੰ ਜਦੋਂ ਹੁਕਮ ਪ੍ਰਾਪਤ ਹੋਇਆ, ਤੁਰੰਤ ਚਿੱਕੜ ਦੇ ਵਿੱਚ ਨਿਕਲੇ ਉਤਰੇ ਹਨ। ਉਹ ਬਰਤਨ ਬਾਹਰ ਕੱਢਿਆ, ਧੋਤਾ ਹੈ, ਸਾਫ਼ ਕੀਤਾ ਹੈ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਲਿਆ ਰੱਖਿਆ ਹੈ। ਸਤਿਗੁਰੂ ਜੀ ਨੇ ਬਚਨ ਕੀਤੇ ਸਨ ਕਿ ਜਿਵੇਂ ਵਿਕਾਰਾਂ ਦੇ ਵਿੱਚ ਸੰਸਾਰੀ ਜੀਵ ਡਿੱਗੇ ਹਨ, ਭਾਈ ਲਹਿਣਾ ਜੀ ਉਹਨਾਂ ਨੂੰ ਚਿੱਕੜ ਦੇ ਵਿੱਚੋਂ ਬਾਹਰ ਵੀ ਕੱਢਣਗੇ, ਸਾਫ਼ ਕਰਨਗੇ ਤੇ ਪ੍ਰਮਾਤਮਾ ਦੇ ਸਨਮੁਖ ਲਿਆ ਖੜਾ ਕਰਨਗੇ। ਸੋ ਅਨੇਕਾਂ ਪ੍ਰਕਾਰ ਦੀਆਂ ਹੋਰ ਵੀ ਉਦਾਹਰਨਾਂ ਜਿੱਥੇ ਭਾਈ ਲਹਿਣਾ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ। ਤੇ ਫਿਰ ਚਾਕਰ ਕਿਹੜਾ ਹੈ, ਇਸ ਦੇ ਸੰਬੰਧ ਦੇ ਵਿੱਚ ਵੀ ਸਮਝਾਉਂਦੇ ਹਨ। ਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ, ਚਾਕਰ ਲੱਗਾ ਚਾਕਰੀ ਨਾਲੇ ਗਾਰ ਬਵਾਦ। ਇੱਕ ਪਾਸੇ ਨੌਕਰ ਹੈ ਤੂੰ, ਸੇਵਕ ਹੈ, ਤੇ ਫਿਰ ਮਾਲਕ ਦੇ ਸਾਹਮਣੇ ਹੰਕਾਰ ਵੀ ਕਰਦਾ ਹੈ। ਫਿਰ ਸੇਵਕ ਕਿਸ ਪ੍ਰਕਾਰ ਹੋ ਗਿਆ, ਚਾਕਰ ਕਿਵੇਂ ਹੋ ਗਿਆ? ਜਿਹੜਾ ਸੇਵਕ ਹੋਵੇਗਾ, ਨੌਕਰ ਹੋਵੇਗਾ, ਮਾਲਕ ਦੀ ਨੌਕਰੀ ਕਰਦਾ ਤੇ ਨਾਲ ਨਾਲ ਮਾਲਕ ਦੇ ਅੱਗੇ ਆਕੜ ਦੀਆਂ, ਹੰਕਾਰ ਦੀਆਂ ਗੱਲਾਂ ਵੀ ਕਰਦਾ ਹੋਵੇ ਜੀ, ਐਸਾ ਨਹੀਂ ਹੋ ਸਕਦਾ ਹੈ। ਆਪਣੇ ਮਾਲਕ ਦੇ ਸਨਮੁਖ ਤਾਂ ਨਿਮਰਤਾ ਹੀ ਹੋਵੇਗੀ। ਜਿੰਨੀ ਨਿਮਰਤਾ ਹੋਵੇਗੀ, ਜਿਤਨੀ ਅਧੀਨਗੀ ਹੋਵੇਗੀ, ਉਤਨੀਆਂ ਵਡਿਆਈਆਂ ਪ੍ਰਾਪਤ ਹੋਵਣਗੀਆਂ। ਅਸੀਂ ਪੜ੍ਹਿਆ ਹੈ ਨਾ ਸਾਰਿਆਂ ਨੇ, ਆਸਾ ਦੀ ਵਾਰ ਦੇ ਵਿੱਚ ਰੋਜ਼ਾਨਾ ਜੋ ਗੁਰੂ ਘਰਾਂ ਦੇ ਵਿੱਚ ਕੀਰਤਨ ਦੇ ਰੂਪ ਦੇ ਵਿੱਚ ਵੀ ਗਾਇਆ ਜਾਂਦਾ, ਸਰਵਣ ਕੀਤਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਹੈ ਹੰਕਾਰ ਤੋਂ ਦੂਰ ਰਹਿਣ ਵਾਸਤੇ ਨਿਮਰਤਾ ਸਹਿਤ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਮਿਠਾਸ ਹੈ ਨਿਮਰਤਾ ਦੇ ਵਿੱਚ, ਝੁਕਣ ਦੇ ਵਿੱਚ ਅਨੇਕਾਂ ਜਿਹੜੇ ਗੁਣ ਹਨ, ਵਡਿਆਈਆਂ ਹਨ, ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਫਿਰ ਸਤਿਗੁਰੂ ਜੀ ਨੇ ਇਹ ਵੀ ਬਖਸ਼ਿਸ਼ ਕੀਤੀ, ਨਿਵੇਂ 100 ਗੌਰਾ ਹੋਏ। ਜਿਹੜਾ ਝੁਕ ਗਿਆ ਨਾ, ਜਿਹੜਾ ਪਲੜਾ ਤੱਕੜੀ ਦਾ ਝੁਕਿਆ ਹੋਇਆ ਹੈ ਉਹ ਭਾਰਾ ਹੋਵੇਗਾ, ਤੇ ਜਿਹੜਾ ਹੌਲਾ ਹੈ ਉੱਪਰ ਉੱਠਿਆ ਹੋਵੇਗਾ। ਹੌਲਾ ਮਨੁੱਖ ਜਿਹੜਾ ਹੈ ਨਾ, ਜਿਸ ਦਾ ਜੀਵਨ ਅਲੱਗ ਹੈ ਨਾ, ਹੌਲਾ ਜਿਹੜਾ, ਉਹ ਕਦੇ ਵੀ ਮਨੁੱਖ ਗੁਰੂ ਦਰ ਤੇ ਪ੍ਰਵਾਨ ਨਹੀਂ ਹੋ ਸਕਦਾ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ, ਇੱਕ ਪਾਸੇ ਚਾਕਰੀ ਤੂੰ ਕਰਦਾ ਹੈ, ਮਾਲਕ ਦੀ ਨੌਕਰੀ ਕਰਦਾ, ਤੇ ਫਿਰ ਮਾਲਕ ਦੇ ਨਾਲ ਵੀ ਆਕੜ ਦੇ ਵਿੱਚ ਗੱਲਾਂ ਹੋਵਣ, ਉਥੇ ਤਾਂ ਜੀ ਨਿਮਰਤਾ ਹੋਵੇਗੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਸਮਝਾਇਆ ਕਿ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਹੁਣ ਮਾਲਕ ਦੇ ਸਨਮੁਖ ਤਾਂ ਉਸ ਦਾ ਹੁਕਮ ਮੰਨਿਆ ਜਾਵੇ, ਉਸ ਦੀ ਜਿਹੜੀ ਗੱਲ ਹੈ ਉਸ ਦੇ ਹੁਕਮ ਨੂੰ ਸੁਣਿਆ ਜਾਵੇ। ਤੇ ਜੇਕਰ ਚਾਕਰ ਦੀਆਂ, ਨੌਕਰ ਦੀਆਂ ਆਪਣੀਆਂ ਹੀ ਗੱਲਾਂ ਨਾ ਮੁੱਕਣ ਸੇਵਕ ਦੀਆਂ, ਤੇ ਫਿਰ ਮਾਲਕ ਦੀ ਗੱਲ ਕਦੋਂ ਸੁਣੇਗਾ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਕਿ ਬਹੁਤੀਆਂ ਜੀਆਂ ਗੱਲਾਂ ਕਰਨੀਆਂ, ਬੇਲੋੜੀਆਂ ਗੱਲਾਂ ਕਰਨੀਆਂ, ਬੋਲੀ ਜਾਣਾ ਜੋ ਹੈ, ਮਾਲਕ ਦੇ ਸਨਮੁਖ ਬਹੁਤ ਗੱਲਾਂ ਕਰਨੀਆਂ। ਤੇ ਸਤਿਗੁਰੂ ਜੀ ਨੇ ਸਮਝਾਇਆ ਕਿ ਖਸਮ ਨਾ ਪਾਏ ਸਾਧ। ਮਾਲਕ ਵਾਹਿਗੁਰੂ ਜੀ ਦੇ ਸਨਮੁਖ ਉਹ ਫਿਰ ਕਦੇ ਵੀ ਆਪਣੇ ਮਾਲਕ ਦੀ ਜਿਹੜੀ ਖੁਸ਼ੀ ਹੈ ਨਾ, ਉਸ ਨੂੰ ਹਾਸਲ ਨਹੀਂ ਕਰ ਪਾਵੇਗਾ। ਮਾਲਕ ਨੂੰ ਪਤਾ ਹੈ, ਮਾਲਕ ਇੰਨਾ ਖੁਸ਼ ਨਹੀਂ ਹੋਵੇਗਾ ਉਸ ਸੇਵਕ ਤੇ, ਕਿਉਂਕਿ ਪਤਾ ਕਿ ਮੇਰੀਆਂ ਗੱਲਾਂ ਹੀ ਕਰਨ ਜੋਗਾ
ਕਾਰਜ ਇਸਨੇ ਕੋਈ ਵੀ ਨਹੀਂ ਕਰਨਾ। ਇਹ ਤਾਂ ਸਿਰਫ ਗੱਲਾਂ ਬਾਤਾਂ ਕਰਕੇ ਹੀ ਸੇਵਕੀ ਭਾਵਨਾ ਦਿਖਾ ਰਿਹਾ ਹੈ। ਅਸਲ ਦੇ ਵਿੱਚ ਇਸ ਦੇ ਕੋਲੋਂ ਕੰਮ ਨਹੀਂ ਹੋਣਾ। ਇਹ ਗੱਲਾਂ ਕਰਕੇ ਹੀ ਆਪਣੇ ਆਪ ਨੂੰ ਉੱਚਾ ਦਰਸਾ ਰਿਹਾ। ਕਦੇ ਵੀ ਆਪਣੇ ਮਾਲਕ ਦੀ ਖੁਸ਼ੀ ਉਸ ਨੂੰ ਪ੍ਰਾਪਤ ਨਹੀਂ ਹੋਵੇਗੀ। ਸੇਵਕ ਕਿਹੜਾ ਹੈ? ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਜੀ ਕਿ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਆਪਣਾ ਆਪ ਗਵਾ ਕੇ, ਆਪਣੇ ਹੰਕਾਰ ਨੂੰ ਗਵਾ ਕੇ, ਆਪਣੇ ਵਜੂਦ ਨੂੰ, ਆਪਣੀ ਮੈਂ ਨੂੰ ਗਵਾ ਕੇ ਤੇ ਫਿਰ ਮਾਲਕ ਦੇ ਦਰ ਤੇ ਪ੍ਰਾਪਤ ਹੋ ਜਾਵੇ। ਜਿਤਨਾ ਚਿਰ ਮੈਂ ਹੈ ਨਾ ਜੀ, ਮਨੁੱਖ ਸੇਵਕ ਨਹੀਂ ਹੋ ਸਕਦਾ ਹੈ। ਤੇ ਜਿਸ ਰੋਜ਼ ਮੈਂ ਖਤਮ ਹੋਈ, ਉਸੇ ਹੀ ਰੋਜ਼ ਮਨੁੱਖ ਫਿਰ ਸੇਵਕ ਹੋਵੇਗਾ। ਜੇਕਰ ਆਪਣਾ ਵਜੂਦ ਸਨਮੁਖ ਰੱਖ ਰਿਹਾ, ਆਪਣੇ ਆਪ ਨੂੰ ਸਨਮੁਖ ਰੱਖ ਗਿਆ, ਆਪਣੀ ਹਸਤੀ ਨੂੰ ਸਨਮੁਖ ਰੱਖ ਰਿਹਾ, ਤੇ ਫਿਰ ਕਦੇ ਵੀ ਮਨੁੱਖ ਨੂੰ ਗੁਰਚਰਨਾਂ ਦੇ ਵਿੱਚ ਜਗ੍ਹਾ ਨਹੀਂ ਪ੍ਰਾਪਤ ਹੋਵੇਗੀ। ਕਿਉਂਕਿ ਵਜੂਦ ਕਰਕੇ ਔਕੜ ਮੁਸ਼ਕਲ ਆਵੇਗੀ। ਤੇ ਜਦੋਂ ਮਨੁੱਖ ਆਖੇ ਕਿ ਮੈਂ ਕੁਝ ਵੀ ਨਹੀਂ ਹਾਂ ਮਾਲਕਾ, ਸਾਰਾ ਕੁਝ ਤੁਸੀਂ ਹੋ, ਵਡਿਆਈ ਭਾਵਨਾ ਦੇ ਵਿੱਚ ਹੋਵੇ, ਨਿਮਰਤਾ ਦੇ ਵਿੱਚ ਹੋਵੇ, ਤੇ ਫਿਰ ਮਾਲਕ ਦੇ ਦਰ ਤੋਂ ਉਸ ਨੂੰ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਆਪ ਗਵਾਏ ਸੇਵਾ ਕਰੇ। ਆਪਣਾ ਆਪ ਗਵਾ ਕਰ ਭਾਵ ਆਪਣੀ ਮੈਂ ਨੂੰ ਗਵਾ ਕਰ। ਤੇ ਸਤਿਗੁਰੂ ਜੀ ਆਖਦੇ ਹਨ ਸੇਵਾ ਕਰੇ। ਮਾਲਕ ਦੇ ਦਰ ਤੇ ਸੇਵਕ ਹੋ ਕਰ ਰਹੇ ਤਾਂ ਕਿਛ ਪਾਏ ਮਾਨ। ਤੇ ਫਿਰ ਉਸ ਸੇਵਕ ਨੂੰ ਜਿਹੜੀਆਂ ਵਡਿਆਈਆਂ ਹਨ ਉਹ ਪ੍ਰਾਪਤ ਹੁੰਦੀਆਂ ਹਨ। ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ, ਜੀਵਨ ਨੂੰ ਵੇਖਿਆ ਜਾਵੇ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਜੀਵਨੀ ਪੜ੍ਹੀ ਜਾਵੇ ਜੀ, ਕਿਸ ਪ੍ਰਕਾਰ ਸੇਵਾ ਕੀਤੀ, ਹੁਕਮ ਦੇ ਵਿੱਚ ਰਹੇ, ਰਿਸ਼ਤੇਦਾਰੀਆਂ ਤੋਂ ਵੀ ਉੱਪਰ ਉੱਠ ਕਰ ਗੁਰੂ ਤੇ ਸੇਵਕ ਦਾ, ਗੁਰੂ ਤੇ ਸਿੱਖ ਦਾ ਜੋ ਰਿਸ਼ਤਾ ਹੈ ਉਸ ਨੂੰ ਪ੍ਰਮੁੱਖ ਰੱਖਿਆ। ਤੇ ਤਿੰਨਾਂ ਲੋਕਾਂ ਦੀ ਤਰਲੌਕੀ ਦੀ ਜੋ ਵਡਿਆਈ ਹੈ ਉਹ ਪ੍ਰਾਪਤੀ ਹੋਈ ਜੀ, ਮਾਲਕੀ ਪ੍ਰਾਪਤ ਹੋਈ। ਪਰ ਹੋਈ ਕਿਸ ਪ੍ਰਕਾਰ ਜੀ? ਸੇਵਾ ਕਰਕੇ। ਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਆਪ ਗਵਾਏ। ਹੁਣ ਕੁੜਮਾਚਾਰੀ ਆਏ ਸਨ, ਜੇ ਤਾਂ ਕੁੜਮਾਚਾਰੀ ਆਉਂਦੇ ਤੇ ਫਿਰ ਹੋ ਸਕਦਾ ਸੀ ਅਲੱਗ ਜੀਵਨ ਹੁੰਦਾ, ਪਰ ਸੇਵਕ ਦੇ ਰੂਪ ਦੇ ਵਿੱਚ ਆਏ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨਿਰੰਤਰ ਸੇਵਾ ਕੀਤੀ ਜੀ। 12 ਸਾਲ ਜਲ ਢੋਇਆ, ਗਾਗਰ ਢੋਈ, ਸੇਵਾ ਕਰਦੇ ਹਨ, ਅਸੀਸਾਂ ਪ੍ਰਾਪਤ ਹੋਈਆਂ ਤੇ ਇੱਕ ਰੋਜ਼ ਗੁਰਤਾ ਗੱਦੀ ਵੀ ਪ੍ਰਾਪਤ ਹੋਈ ਜੀ। ਆਏ ਭਾਈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦਾ ਨਾਮ ਭਾਈ ਜੇਠਾ ਵੀ ਲਿਆ ਜਾਂਦਾ ਜੀ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਆਏ ਸ਼ਰਨ ਦੇ ਵਿੱਚ ਤੇ ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਗਲ ਦੇ ਨਾਲ ਲਾਇਆ ਜੀ, ਜਿਨ ਸਿਰਿਆ ਤਿਨੇ ਸਵਾਰਿਆ। ਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਜਵਾਈ ਵਾਲੀ ਭਾਵਨਾ ਸੀ ਨਾ, ਸਹੁਰੇ ਦਮਾਦ ਵਾਲੀ ਭਾਵਨਾ, ਜਾਂ ਸਹੁਰੇ ਘਰ ਰਹਿਣ ਵਾਲਾ ਜੋ ਇੱਕ ਕਾਰਜ ਸੀ, ਉਸ ਤੋਂ ਉੱਪਰ ਉੱਠ ਕੇ ਨਿਰੰਤਰ ਉੱਥੇ ਸੇਵਾ ਕੀਤੀ, ਸਿਮਰਨ ਕੀਤਾ, ਭਜਨ ਬੰਦਗੀ ਕੀਤੀ, ਸੇਵਾ ਦੇ ਵਿੱਚ ਹਰ ਵੇਲੇ ਜੁਟੇ ਰਹੇ ਤੇ ਫਿਰ ਵਡਿਆਈਆਂ ਪ੍ਰਾਪਤ ਹੋਈਆਂ। ਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਕਿ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ। ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਵਡਿਆਈਆਂ ਜੋ ਹਨ ਇਹ ਮਾਲਕ ਵਾਹਿਗੁਰੂ ਜੀ ਦੇ ਦਰ ਤੋਂ ਮਿਲਦੀਆਂ ਹਨ। ਉਸੇ ਹੀ ਮਨੁੱਖ ਨੂੰ ਮਾਲਕ ਦੀ ਪ੍ਰਾਪਤੀ ਹੁੰਦੀ ਜੀ ਜੋ ਨਿਰੰਤਰ ਸੇਵਾ ਦੇ ਵਿੱਚ ਲੱਗਾ ਹੈ। ਜਿਸ ਨੂੰ ਲੱਗਾ ਤਿਸ ਮਿਲੈ, ਜਿਸ ਦੀ ਸੇਵਾ ਦੇ ਵਿੱਚ ਲੱਗਿਆ ਤੇ ਉਸੇ ਨੂੰ ਹੀ ਮਾਲਕ ਦੀ ਪ੍ਰਾਪਤੀ ਹੋਈ। ਤੇ ਸਤਿਗੁਰੂ ਜੀ ਆਖਦੇ ਹਨ ਲੱਗਾ ਸੋ ਪ੍ਰਵਾਨ। ਤੇ ਉਹ ਸੇਵਾ ਦੇ ਵਿੱਚ ਲੱਗਿਆ ਹੋਇਆ ਜਿਹੜਾ ਮਨੁੱਖ ਹੈ, ਮਾਲਕ ਵਾਹਿਗੁਰੂ ਜੀ ਦੇ ਦਰ ਦੇ ਉੱਪਰ ਫਿਰ ਪ੍ਰਵਾਨ ਵੀ ਹੋ ਜਾਂਦਾ ਹੈ। ਉਹ ਮਨੁੱਖ ਆਪਣੇ ਮਾਲਕ ਨੂੰ ਮਿਲ ਪੈਂਦਾ ਜਿਸ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ। ਆਪਣਾ ਆਪ ਗਵਾ ਕੇ ਲੱਗਿਆ ਹੋਇਆ ਮਨੁੱਖ ਮਾਲਕ ਜੀ ਦੇ ਦਰ ਦੇ ਉੱਪਰ ਫਿਰ ਕਬੂਲ ਹੋ ਜਾਂਦਾ ਹੈ। ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਅਗਲੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਮਹੱਲਾ ਦੂਜਾ, ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਹਿਆ ਵਾਓ, ਬੀਜੈ ਬਿਖ ਮੰਗਾ ਅੰਮ੍ਰਿਤ ਵੇਖੋ ਇਹੋ ਨਿਆਓ। ਇਹ ਸਾਡਾ ਸੁਭਾਅ ਹੈ ਜੀ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ
ਕਿ ਮਨੁੱਖ ਦੇ ਅੰਦਰ ਜੋ ਕੁਝ ਹੁੰਦਾ ਨਾ, ਉਹ ਹੀ ਪ੍ਰਗਟ ਹੁੰਦਾ ਹੈ। ਜ਼ਮੀਨ ਦੇ ਵਿੱਚ, ਪੈਲੀ ਦੇ ਵਿੱਚ ਜਿਹੜਾ ਬੀਜ ਬੀਜਿਆ ਉਹ ਹੀ ਪੁੰਗਰੇਗਾ ਤੇ ਉਸੇ ਨੂੰ ਹੀ ਫਿਰ ਫਲ ਲੱਗਦੇ ਹੋਵਣਗੇ। ਜ਼ਮੀਨ ਤੋਂ ਬਾਹਰ ਵੀ ਤਾਂ ਉਹ ਹੀ ਪ੍ਰਗਟ ਹੋਵੇਗਾ। ਇਹ ਨਹੀਂ ਹੋ ਸਕਦਾ ਕਿ ਅਸੀਂ ਬੀਜ ਕੋਈ ਹੋਰ ਬੀਜਿਆ ਹੋਵੇ ਤੇ ਆਖੀਏ ਕਿ ਇੱਥੇ ਦਰਖਤ ਜਿਹੜਾ ਕੋਈ ਹੋਰ ਪੈਦਾ ਹੋ ਜਾਵੇ, ਫਸਲ ਕੋਈ ਹੋਰ ਪੈਦਾ ਹੋ ਜਾਵੇ। ਐਸਾ ਨਹੀਂ ਹੋਵੇਗਾ। ਜਿਹੜੀ ਕਿਸਮ ਬੀਜੀ ਹੈ, ਜਿਹੜਾ ਬੀਜ ਬੀਜਿਆ, ਉਹ ਹੀ ਕਿਸਮ ਤੇ ਉਹ ਹੀ ਫਸਲ ਸਾਨੂੰ ਪ੍ਰਾਪਤ ਹੋਵੇਗੀ, ਉਗਦੀ ਹੋਵੇਗੀ ਤੇ ਉਸੇ ਦਾ ਜਿਹੜਾ ਫਲ ਹੈ ਉਹ ਮਨੁੱਖ ਨੂੰ ਪ੍ਰਾਪਤ ਹੋਵੇਗਾ। ਇਹ ਅੰਦਰ ਅਸਲ 'ਚ ਕੋਈ ਵਿਚਾਰਧਾਰਾ ਪ੍ਰਗਟ ਹੋਈ, ਪੈਦਾ ਹੋਈ ਨਾਭੀ ਤੋਂ ਸ਼ੁਰੂ ਹੋ ਕਰ ਤੇ ਫਿਰ ਕੰਠ ਤੱਕ ਆ ਕੇ ਜ਼ੁਬਾਨ ਤੇ ਆਈ ਤੇ ਜ਼ੁਬਾਨ ਤੋਂ ਉਹ ਹੀ ਵਿਚਾਰ ਬਾਹਰ ਪ੍ਰਗਟ ਹੋਈ ਹੈ। ਇਹ ਨਹੀਂ ਹੋ ਸਕਦਾ ਤੇ ਨਾ ਹੀ ਇਸ ਨੂੰ ਸੱਚ ਮੰਨਿਆ ਜਾ ਸਕਦਾ ਕਿ ਮੇਰੇ ਅੰਦਰ ਇਹ ਗੱਲ ਨਹੀਂ ਸੀ, ਬਸ ਮੂੰਹ ਤੋਂ ਬੋਲੀ ਗਈ। ਐਸਾ ਨਹੀਂ ਹੋਵੇਗਾ ਜੀ। ਜੋ ਅੰਦਰ ਸੀ ਉਹ ਹੀ ਰਸਨਾ ਤੇ ਆਵੇਗਾ। ਜੋ ਘਰ ਦੇ ਵਿੱਚ ਪਦਾਰਥ ਹੋਵੇਗਾ ਅਸੀਂ ਉਹ ਹੀ ਕਿਸੇ ਨੂੰ ਦੇ ਸਕਦੇ ਹਾਂ। ਸਾਡੇ ਘਰ ਦੇ ਵਿੱਚ ਉਹ ਵਸਤੂ ਹੀ ਨਹੀਂ, ਕੋਈ ਲੈਣ ਵਾਸਤੇ ਆ ਗਿਆ ਤੇ ਅਸੀਂ ਕਿਵੇਂ ਦੇਵਾਂਗੇ ਜੀ। ਮੰਨ ਲਓ ਸਾਡੇ ਘਰ ਵਿੱਚ ਸਾਈਕਲ ਨਹੀਂ ਹੈ, ਕੋਈ ਮਨੁੱਖ ਲੈਣ ਵਾਸਤੇ ਆ ਗਿਆ ਤੇ ਅਸੀਂ ਉਸ ਨੂੰ ਸਪਸ਼ਟ ਨਾ ਕਰਾਂਗੇ ਤੇ ਜੇਕਰ ਹੋਵੇਗਾ ਤੇ ਅਸੀਂ ਦੇ ਵੀ ਸਕਦੇ ਹਾਂ। ਜੋ ਘਰ ਦੇ ਵਿੱਚ ਵਸਤੂ ਨਹੀਂ ਉਹ ਬਾਹਰ ਕਿਵੇਂ ਆਵੇਗੀ? ਜੋ ਅੰਦਰ ਵਸਤੂ ਹੀ ਨਹੀਂ ਉਹ ਜ਼ੁਬਾਨ ਤੇ ਵੀ ਕਿਵੇਂ ਆਵੇਗੀ? ਜਿਹੜਾ ਅੰਦਰ ਵਿਚਾਰ ਹੈ, ਜਿਸ ਪ੍ਰਕਾਰ ਦੀ ਧਾਰਨਾ ਹੈ ਨਾ, ਉਹ ਹੀ ਜ਼ੁਬਾਨ ਦੇ ਉੱਪਰ ਵੀ ਪ੍ਰਗਟ ਹੋਵੇਗਾ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ, ਜੋ ਜੀ ਹੋਏ ਸੋ ਉਗਵੈ। ਜੋ ਜੀ ਦੇ ਵਿੱਚ, ਹਿਰਦੇ ਦੇ ਵਿੱਚ ਹੋਵੇਗਾ ਨਾ, ਉਹ ਹੀ ਬਾਹਰ ਪ੍ਰਗਟ ਹੋਵੇਗਾ, ਉੱਗੇਗਾ। ਮੂੰਹ ਕਾ ਕਹਿਆ ਵਾਓ, ਸਿਰਫ ਗੱਲਾਂ ਕਰਕੇ ਨਹੀਂ ਆਖਿਆ ਜਾਵੇ ਕਿ ਇਸ ਪ੍ਰਕਾਰ ਨਹੀਂ ਜੀ, ਇਹ ਮੈਂ ਗੱਲ ਨਹੀਂ ਕਹਿਣੀ ਚਾਹੁੰਦਾ ਸੀ, ਪਤਾ ਨਹੀਂ ਨਿਕਲ ਆਈ ਮੇਰੇ ਮਨ ਦੇ ਅੰਦਰ, ਇਸ ਪ੍ਰਕਾਰ ਦੀ ਵਿਚਾਰਧਾਰਾ ਨਹੀਂ ਸੀ। ਇਸ ਪ੍ਰਕਾਰ ਨਹੀਂ ਹੋਵੇਗਾ। ਜੋ ਅੰਦਰ ਨੀਅਤ ਹੋਵੇ ਉਹ ਹੀ ਕੁਝ ਹੁੰਦਾ, ਨੀਅਤ ਤੋਂ ਬਿਨਾ ਹੋਰ ਕੁਝ ਹੋਵੇ ਇਹ ਤਾਂ ਉਲਟ ਹੈ ਜੀ, ਉਸ ਦੇ ਉਲਟ। ਤੇ ਮੂੰਹੋਂ ਇਸ ਪ੍ਰਕਾਰ ਆਖ ਦੇਣਾ, ਸਤਿਗੁਰੂ ਜੀ ਆਖਦੇ ਹਨ ਕਿ ਬਿਲਕੁਲ ਹੀ ਵਿਅਰਥ ਤੇ ਫਜ਼ੂਲ ਦੀ ਗੱਲ ਹੈ। ਮਾਲਕ ਜੀ ਨੇ ਸਮਝਾਇਆ, ਬੀਜਿਆ ਬਿਖ ਮੰਗਾ ਅੰਮ੍ਰਿਤ, ਵੇਖੋ ਇਹੋ ਨਿਆਉ। ਮਨੁੱਖ ਕਰਦਾ ਕੀ ਜੀ ਕਿ ਜ਼ਹਿਰ ਬੀਜਦਾ ਪਿਆ ਤੇ ਅਰਦਾਸ ਇਹ ਕਰਦਾ ਕਿ ਮੈਨੂੰ ਅੰਮ੍ਰਿਤ ਪ੍ਰਾਪਤ ਹੋ ਜਾਵੇ। ਇਸ ਪ੍ਰਕਾਰ ਨਹੀਂ ਹੋਵੇਗਾ। ਜਿਵੇਂ ਪਹਿਲਾਂ ਬੇਨਤੀ ਕੀਤੀ, ਜਿਹੜੀ ਫਸਲ ਬੀਜੀ, ਜਿਹੜਾ ਬੀਜ ਬੀਜਿਆ, ਉਹ ਹੀ ਫਸਲ ਸਾਨੂੰ ਪ੍ਰਾਪਤ ਹੋਵੇਗੀ। ਬਾਬਾ ਸ਼ੇਖ ਫਰੀਦ ਜੀ ਸਾਨੂੰ ਸਮਝਾ ਰਹੇ ਹਨ, ਫਰੀਦਾ ਲੋੜਾ ਦਾਖ ਬਜੋੜੀਆ, ਕਿੱਕਰ ਬੀਜਿਆ ਜੱਟ, ਹੰਡਾ ਉੱਨ ਕਤਾਇਂਦਾ ਪੈਂਦਾ ਲੋੜਾ ਪੱਟ। ਕਿੱਕਰਾਂ ਦੇ ਬੀਜ ਬੀਜ ਕੇ ਬਜ਼ੌਰ ਦੇ ਇਲਾਕੇ ਦੀਆਂ ਦਾਖਾਂ ਨਹੀਂ ਪ੍ਰਾਪਤ ਹੋਵਣਗੀਆਂ, ਗਰੀ ਸ਼ੁਹਾਰੇ ਨਹੀਂ ਪ੍ਰਾਪਤ ਹੋਵਣਗੇ। ਜਿਹੜਾ ਬੀਜ ਬੀਜਿਆ ਹੈ ਉਹ ਹੀ ਪ੍ਰਾਪਤ ਹੋਵੇਗਾ। ਜ਼ਹਿਰ ਬੀਜ ਕੇ, ਹਿਰਦੇ ਦੇ ਵਿੱਚ ਜ਼ਹਿਰ ਤੇ ਆਖੇ ਲਫ਼ਜ਼ਾਂ ਦੇ ਵਿੱਚ ਅੰਮ੍ਰਿਤ ਹੋਵੇ, ਜਾਂ ਕਿਸੇ ਦੇ ਰਸਤੇ ਦੇ ਵਿੱਚ ਰੋੜਾ ਅਟਕਾਇਆ ਤੇ ਆਖੇ ਕਿ ਮੇਰੇ ਰਸਤੇ ਦੇ ਵਿੱਚ ਰੁਕਾਵਟਾਂ ਨਾ ਆਵਣ, ਐਸਾ ਨਹੀਂ ਜੀ। ਜੋ ਅੰਦਰ ਹੈ ਉਹ ਹੀ ਪ੍ਰਗਟ ਹੋਵੇਗਾ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਸਮਝਾਉਣਾ ਕੀਤਾ ਜੀ, ਨਾਲ ਇਆਣੇ ਦੋਸਤੀ ਕਦੇ ਨਾ ਆਵੈ ਰਾਸ। ਇਸ ਤੋਂ ਭਾਵ ਇਹ ਨਹੀਂ ਕਿ ਇੱਕ ਬਜ਼ੁਰਗ ਦੀ ਬੱਚੇ ਦੇ ਨਾਲ ਕੋਈ ਸਾਂਝ ਨਹੀਂ ਹੋ ਸਕਦੀ ਹੈ। ਸਾਂਝ ਵਾਸਤੇ ਵਿਚਾਰਾਂ ਦਾ ਆਪਸ ਦੇ ਵਿੱਚ ਆਦਾਨ ਪ੍ਰਦਾਨ ਹੋਣਾ ਜ਼ਰੂਰੀ, ਫਿਰ ਇੱਕ ਭਾਵਨਾ ਦਾ ਹੋਣਾ ਜ਼ਰੂਰੀ ਹੈ। ਕੁਝ ਨਾ ਕੁਝ ਸਮਾਨਤਾਵਾਂ ਹੋਣੀਆਂ ਚਾਹੀਦੀਆਂ ਹਨ। ਸੰਸਾਰ ਦੇ ਵਿੱਚ ਮਿੱਤਰਤਾ ਜੋ ਹੈ, ਦੋਸਤੀ ਜੋ ਹੈ, ਉਹ ਪਦਾਰਥਾਂ ਦੇ ਲੈਵਲ ਦੇ ਹਿਸਾਬ ਦੇ ਨਾਲ ਬਣਦੀ ਹੈ। ਅਹੁਦਿਆਂ ਦੇ ਹਿਸਾਬ ਦੇ ਨਾਲ ਮਿੱਤਰਤਾ ਜਿਹੜੀ ਹੈ, ਉਹ ਭਾਈਚਾਰਕ ਸਾਂਝ ਜਿਹੜੀ ਹੈ, ਉਹ ਦਿਖਾਈ ਦਿੰਦੀ ਹੈ। ਮਨੁੱਖ ਦੇ ਕੋਲ ਬਹੁਤ ਸਾਰਾ ਪੈਸਾ ਤੇ ਉਸ ਦੀ ਅਮੀਰਾਂ ਦੇ ਨਾਲ, ਬਹੁਤੇ ਪੈਸਿਆਂ ਵਾਲਿਆਂ ਨਾਲ ਮਿੱਤਰਤਾ ਹੋਵੇਗੀ। ਉਹ ਕਦੇ ਵੀ ਗਰੀਬ ਨੂੰ ਆਪਣਾ ਮਿੱਤਰ ਨਹੀਂ ਆਖੇਗਾ, ਨਾ ਬਣਾਵੇਗਾ। ਉੱਚਾ ਅਹੁਦਾ ਤੇ ਅਹੁਦੇ ਦੇ ਬਰਾਬਰ ਵਾਲੇ ਜਿਹੜੇ ਹਨ, ਉਹਨਾਂ ਦੀ ਆਪਸ ਵਿੱਚ ਮਿੱਤਰਤਾ ਹੋਵੇਗੀ। ਉੱਚੇ ਅਹੁਦੇ ਵਾਲੇ ਦਾ ਛੋਟੇ ਅਹੁਦੇ ਵਾਲੇ ਨਾਲ ਕੋਈ ਵੀ ਸੰਬੰਧ ਨਹੀਂ।
ਉਹ ਤਾਂ ਮਾਲਕ ਨੌਕਰ ਵਾਲਾ ਹੋ ਸਕਦਾ ਹੈ, ਪਰ ਜਿੱਥੇ ਪ੍ਰੇਮ ਹੋਵੇਗਾ, ਜਿੱਥੇ ਵਿਚਾਰਾਂ ਰਲਦੀਆਂ ਹੋਵਣਗੀਆਂ ਨਾ, ਉਥੇ ਜਿਹੜੀ ਇਹ ਮਾਇਆ ਹੈ, ਉਥੇ ਜਿਹੜੇ ਪਦਾਰਥ ਹਨ ਉਹ ਮਾਇਨੇ ਨਹੀਂ ਰੱਖਦੇ ਹੋਵਣਗੇ। ਸ਼੍ਰੀ ਕ੍ਰਿਸ਼ਨ ਜੀ ਤੇ ਸੁਦਾਮੇ ਦੀ ਦੋਸਤੀ ਹੈ। ਇੱਕ ਪਾਸੇ ਰਾਜਾ ਹੈ ਸਮੇਂ ਦਾ ਤੇ ਦੂਸਰੇ ਪਾਸੇ ਕੰਗਾਲ ਹੈ, ਪਰ ਮਿੱਤਰਤਾ ਹੈ, ਕਿਉਂਕਿ ਵਿਚਾਰਾਂ ਰਲਦੀਆਂ ਹਨ, ਸਵੈਮਾਨ ਰਲਦਾ ਹੈ, ਅਨੇਕਾਂ ਪ੍ਰਕਾਰ ਦੇ ਜਿਹੜੇ ਗੁਣ ਹਨ ਉਹ ਰਲਦੇ, ਤੇ ਜਿਸ ਕਰਕੇ ਉਹ ਮਿੱਤਰਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਕਿ ਭਾਈ ਪਰਖ ਕੇ ਵੇਖ ਲਵੋ, ਅਣਜਾਣ ਮਨੁੱਖ ਜਿਹੜਾ ਹੈ, ਜਿਹੜਾ ਗਿਆਨ ਤੋਂ ਵਿਹੂਣਾ ਨਾ, ਉਸ ਦੇ ਨਾਲ ਜਿਹੜੀ ਕੀਤੀ ਗਈ ਦੋਸਤੀ ਹੈ ਨਾ, ਉਹ ਕਦੇ ਵੀ ਸਿਰੇ ਨਹੀਂ ਚੜ੍ਹਦੀ ਹੈ। ਕਿਉਂਕਿ ਗਿਆਨ ਤੋਂ ਅਣਜਾਣ ਮਨੁੱਖ ਤੇ ਤੁਸੀਂ ਉਸ ਦੇ ਨਾਲ ਕਿਸੇ ਨੇ ਵੀ ਮਿੱਤਰਤਾ ਪਾ ਲਈ ਤੇ ਉਹ ਸਿਖਰ ਤੱਕ ਕਿਵੇਂ ਨਿਭੇਗੀ। ਸਤਿਗੁਰੂ ਜੀ ਸਮਝਾਉਂਦੇ ਹਨ, ਜਿਹਾ ਜਾਣੈ ਤੇਹੋ ਵਰਤੈ, ਵੇਖੋ ਕੋ ਨਿਰਜਾਸ। ਕਿਉਂਕਿ ਉਹ ਜਿਹੜਾ ਅਣਜਾਣ ਮਨੁੱਖ ਹੈ ਨਾ, ਉਸ ਦਾ ਰਵੱਈਆ ਉਹੋ ਜਿਹਾ ਰਹਿੰਦਾ ਜਿਸ ਪ੍ਰਕਾਰ ਦਾ ਉਸ ਦਾ ਸੁਭਾਅ ਹੈ। ਬੱਚੇ ਨੇ, ਬਾਲਕ ਨੇ ਤਾਂ ਆਪਣੇ ਜੀਵਨ, ਆਪਣੀ ਸਮਝ ਦੇ ਅਨੁਸਾਰ ਗੱਲ ਕਰਨੀ ਹੈ। ਅਣਜਾਣ ਮਨੁੱਖ ਵੀ ਉਸੇ ਹੀ ਪ੍ਰਕਾਰ ਕਾਰਜ ਕਰੇਗਾ ਜਿਸ ਪ੍ਰਕਾਰ ਦੀ ਉਸ ਦੀ ਸਮਝ ਹੋਵੇਗੀ। ਇਸੇ ਤਰ੍ਹਾਂ ਇਸ ਮੂਰਖ ਮਨ ਦੇ ਆਖੇ ਲੱਗਿਆਂ ਲਾਭ ਨਹੀਂ ਪ੍ਰਾਪਤ ਹੁੰਦਾ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਵੇਖੋ, ਅਣਜਾਣ ਹੈ ਇਹ ਮਨ, ਇਹ ਗੁਰੂ ਪ੍ਰਮਾਤਮਾ ਨੂੰ ਸਮਝਦਾ ਨਹੀਂ ਪਿਆ, ਤੇ ਮਨੁੱਖ ਨੇ ਇਸ ਮਨ ਦੇ ਨਾਲ ਦੋਸਤੀ ਕੀਤੀ, ਇਸ ਦੇ ਅਨੁਸਾਰ ਚੱਲਦਾ ਹੈ। ਇੱਕ ਸਿਆਣਾ ਮਨੁੱਖ, ਬਜ਼ੁਰਗ ਮਨੁੱਖ, ਜਿਸ ਦੇ ਕੋਲ ਜੀਵਨ ਦਾ ਬੜਾ ਤਜਰਬਾ ਹੈ, ਉਹ ਰਾਸਤੇ ਤੇ ਤੁਰਿਆ ਜਾਵੇ, ਨਾਲ ਉਸਦੇ ਇੱਕ ਬਾਲਕ ਹੋਵੇ, ਦੋਹਾਂ ਦੇ ਵਿੱਚ ਮਿੱਤਰਤਾ ਹੈ, ਦੋਹਾਂ ਦੇ ਵਿੱਚ ਸਾਂਝ ਹੈ, ਤੇ ਬਾਲਕ ਕੋਈ ਗਲਤ ਕਾਰਜ ਕਰਦਾ ਪਿਆ, ਸ਼ਰਾਰਤਾਂ ਕਰਦਾ ਪਿਆ, ਤੇ ਉਸ ਦੇ ਆਖੇ ਲੱਗ ਕੇ ਬਜ਼ੁਰਗ ਵੀ ਉਹ ਸ਼ਰਾਰਤਾਂ ਕਰਨ ਲੱਗ ਪਵੇ, ਉਸੇ ਪ੍ਰਕਾਰ ਕਾਰਜ ਕਰਨ ਲੱਗ ਪਵੇ, ਤੇ ਲੋਕ ਇੱਕ ਗੱਲ ਆਖਣਗੇ ਕਿ ਉਹ ਤਾਂ ਨਿਆਣਾ ਸੀ, ਤੂੰ ਤਾਂ ਸਿਆਣਾ ਸਾ ਨਾ। ਤੇ ਜੇ ਉਹ ਬਜ਼ੁਰਗ ਆਖੇ ਕਿ ਬੱਚੇ ਨੇ ਕਿਹਾ ਮੈਨੂੰ, ਤੇ ਲੋਕ ਫਿਰ ਆਖਣਗੇ ਕਿ ਤੂੰ ਸਮਝਦਾ, ਤੂੰ ਬਜ਼ੁਰਗ ਸੀ। ਬੱਚੇ ਨੂੰ ਸਮਝਾਉਂਦਾ ਕਿ ਨਹੀਂ ਭਾਈ, ਇਹ ਕਾਰਜ ਇਸ ਪ੍ਰਕਾਰ ਨਹੀਂ ਕਰਨਾ ਚਾਹੀਦਾ ਹੈ। ਫਿਰ ਤੇਰੀ ਸਿਆਣਪ ਕਾਹਦੀ ਕਿ ਤੂੰ ਬੱਚੇ ਦੇ ਹੀ ਮਗਰ ਲੱਗ ਗਿਆ। ਬਜ਼ੁਰਗ ਨੂੰ ਆਖਿਆ ਜਾਵੇਗਾ ਉੱਥੇ, ਬੱਚੇ ਨੂੰ ਨਹੀਂ ਆਖਿਆ ਜਾਵੇਗਾ। ਤਾਂ ਮਨੁੱਖ ਆਪਣੇ ਆਪ ਨੂੰ ਸਿਆਣਾ ਮੰਨਦਾ, ਪਰ ਲੱਗਿਆ ਹੈ ਮਨ ਦੇ ਪਿੱਛੇ, ਤੇ ਮਨ ਦੇ ਪਿੱਛੇ ਲੱਗ ਕੇ ਫਿਰ ਮਾਲਕ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੁੰਦਾ। ਹੁਣ ਜੇਕਰ ਕੋਈ ਪਰੇ ਦਾ ਕਾਰਜ ਹੋ ਗਿਆ, ਗੁਰੂ ਤੋਂ ਪਰੇ ਜਾਣ ਵਾਲਾ, ਤੇ ਆਖੇ ਕਿ ਮੇਰਾ ਮਨ ਆਖਦਾ ਸੀ, ਤੇ ਫਿਰ ਸਿਆਣੇ ਮਨੁੱਖ ਆਖਣਗੇ, ਮਹਾਂਪੁਰਸ਼ ਆਖਣਗੇ ਕਿ ਭਾਈ ਇਹ ਤਾਂ ਮਨ ਇਲਤੀ ਸੀ, ਤੂੰ ਮਨ ਦੇ ਆਖੇ ਲੱਗਿਆ ਹੀ ਕਿਉਂ? ਮਨ ਨੂੰ ਆਪਣੇ ਅਨੁਸਾਰ ਚਲਾਉਣਾ ਸੀ, ਨਾ ਕਿ ਤੂੰ ਮਨ ਦੇ ਅਨੁਸਾਰ ਚੱਲਣਾ ਸੀ। ਤਾਂ ਅਣਜਾਣ ਬਾਲਕ ਦੇ ਨਾਲ ਦੋਸਤੀ ਬਜ਼ੁਰਗ ਕਰੇ, ਠੀਕ ਹੈ, ਕੋਈ ਗੱਲ ਨਹੀਂ, ਪਰ ਉੱਥੇ ਬਜ਼ੁਰਗ ਸਮਝਾਵੇ ਬਾਲਕ ਨੂੰ, ਬੱਚੇ ਨੂੰ, ਸਾਂਝ ਹੋਵੇਗੀ ਬਜ਼ੁਰਗ ਦੀ ਤੇ ਬੱਚੇ ਦੀ, ਪਰ ਸੋਝੀ ਗਿਆਨ ਬਜ਼ੁਰਗ ਦੇ ਕੋਲ। ਮਨ ਦੇ ਨਾਲ ਦੋਸਤੀ ਪਾਈ ਜਾਵੇ, ਪਰ ਮਨ ਨੂੰ ਆਪਣੇ ਅਨੁਸਾਰ ਚਲਾਇਆ ਜਾਵੇ, ਨਾ ਕਿ ਮਨ ਦੇ ਅਨੁਸਾਰ ਚੱਲਿਆ ਜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ, ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਕਿਸੇ ਇੱਕ ਵਸਤੂ ਦੇ ਅੰਦਰ, ਇੱਕ ਬਰਤਨ ਦੇ ਵਿੱਚ ਅਸੀਂ ਕੋਈ ਹੋਰ ਚੀਜ਼ ਜੋ ਹੈ, ਕੋਈ ਪਦਾਰਥ ਜੋ ਹੈ, ਉਸ ਨੂੰ ਪਾ ਸਕਦੇ ਹਾਂ, ਬਸ਼ਰਤੇ ਕਿ ਜਿਹੜੀ ਉਸ ਦੇ ਵਿੱਚ ਪਹਿਲਾਂ ਪਈ ਹੋਈ ਵਸਤੂ ਹੈ ਉਹ ਬਾਹਰ ਕੱਢੀ ਜਾਵੇ। ਅਸੀਂ ਬਰਤਨ ਦੇ ਵਿੱਚ ਦੁੱਧ ਪਾਉਣਾ ਚਾਹੁੰਦੇ, ਪਰ ਜੇਕਰ ਉਸ ਦੇ ਵਿੱਚ ਪਹਿਲਾਂ ਪਾਣੀ ਪਿਆ ਹੈ, ਕੋਈ ਹੋਰ ਵਸਤੂ ਹੈ, ਉਹ ਬਾਹਰ ਕੱਢਾਂਗੇ, ਬਰਤਨ ਖਾਲੀ ਕਰਾਂਗੇ, ਬਰਤਨ ਨੂੰ ਸਾਫ਼ ਕਰਾਂਗੇ, ਤੇ ਫਿਰ ਉਸ ਦੇ ਵਿੱਚ ਦੁੱਧ ਜਾਂ ਕੋਈ ਵੀ ਦੂਜਾ ਪਦਾਰਥ ਪਾਇਆ ਜਾਵੇਗਾ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਇਸੇ ਤਰ੍ਹਾਂ ਹੀ ਇਸ ਮਨ ਨੂੰ ਪ੍ਰਭੂ ਵਾਲੇ ਪਾਸੇ ਜੋੜਨ ਲਈ ਇਹ ਜ਼ਰੂਰੀ ਹੈ ਕਿ ਜਿਹੜਾ ਪਹਿਲਾਂ ਇਸ ਦੇ ਅੰਦਰ ਵਿਕਾਰਾਂ ਕਰਕੇ ਇਸ ਦਾ ਸੁਭਾਅ ਬਣ ਗਿਆ ਨਾ, ਉਸ ਨੂੰ ਬਦਲਿਆ ਜਾਵੇ, ਮਨ ਨੂੰ ਸਮਝਾਇਆ ਜਾਵੇ
ਜਿਹੜੀ ਪਹਿਲਾਂ ਪਈ ਵਸਤੂ ਹੈ ਨਾ ਹਿਰਦੇ ਦੇ ਵਿੱਚ ਵਿਕਾਰ ਆਦਿਕ ਮਾੜੀਆਂ ਵਿਚਾਰਾਂ ਆਦਿਕ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤੇ ਫਿਰ ਜਿਹੜੀ ਗੁਰੂ ਦੀ ਮੱਤ ਹੈ ਨਾ ਉਸ ਨੂੰ ਹਿਰਦੇ ਦੇ ਵਿੱਚ ਧਾਰਨ ਕੀਤਾ ਜਾਵੇ, ਜੀਵਨ ਸੁਚੱਜਾ ਹੋ ਜਾਵੇਗਾ। ਸਾਹਿਬ ਸੇਤੀ ਹੁਕਮ ਨ ਚੱਲਾ, ਕਹੀ ਬਣੇ ਅਰਦਾਸ। ਮਾਲਕ ਦੇ ਦਰ ਤੇ ਹੁਕਮ ਨਹੀਂ ਚੱਲਦਾ ਜੀ ਕਿ ਅਸੀਂ ਆਪਣੇ ਮਾਲਕ ਨੂੰ ਹੁਕਮ ਕਰੀਏ। ਹੁਣ ਨੌਕਰ ਜਿਹੜਾ ਉਹ ਆਪਣੇ ਮਾਲਕ ਨੂੰ ਥੋੜਾ ਹੁਕਮ ਕਰ ਸਕਦਾ ਹੈ, ਉਹ ਤਾਂ ਬੇਨਤੀ ਕਰੇਗਾ, ਉਹ ਵੀ ਜੇਕਰ ਪ੍ਰਵਾਨ ਹੋ ਜਾਵੇ। ਸਤਿਗੁਰੂ ਜੀ ਆਖਦੇ ਹਨ ਕਿ ਭਾਈ ਉਸ ਦੇ ਸਨਮੁਖ ਤਾਂ ਅਰਦਾਸ ਤੇ ਨਿਮਰਤਾ ਹੀ ਫੱਬਦੀ ਹੈ। ਕੂੜ ਕਮਾਣੈ ਕੂੜੋ ਹੋਵੇ, ਨਾਨਕ ਸਿਫਤ ਵਿਗਾਸ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਝੂਠ ਪ੍ਰਾਪਤ ਹੁੰਦਾ ਹੈ ਜਦੋਂ ਮਨੁੱਖ ਝੂਠੇ ਕਾਰਜ ਕਰਦਾ ਹੈ। ਝੂਠ ਤੋਂ ਭਾਵ ਛਲ ਵੀ ਹੈ, ਠੱਗੀ ਵੀ ਹੈ। ਤੇ ਮਨੁੱਖ ਜਦੋਂ ਧੋਖਾ ਕਰਦਾ ਨਾ, ਧੋਖੇ ਦਾ ਕਾਰਜ ਕੋਈ ਕਰਦਾ, ਤੇ ਫਿਰ ਉਸ ਨੂੰ ਵੀ ਧੋਖਾ ਹੀ ਪ੍ਰਾਪਤ ਹੁੰਦਾ ਹੈ। ਜਿਤਨਾ ਚਿਰ ਮਨੁੱਖ ਦੁਨੀਆ ਦੇ ਧੰਦਿਆਂ ਦੇ ਵਿੱਚ ਲੱਗਾ ਹੈ, ਉਤਨਾ ਚਿਰ ਉਹ ਚਿੰਤਾ ਦੇ ਵਿੱਚ ਹੀ ਫਸਿਆ ਰਹਿੰਦਾ। ਤੇ ਪਰ ਜਦੋਂ ਉਹ ਆਪਣੇ ਮਨ ਨੂੰ, ਆਪਣੇ ਹਿਰਦੇ ਨੂੰ, ਆਪਣੇ ਜੀਵਨ ਨੂੰ ਸਿਫਤ ਸਲਾਹ ਵਾਲੇ ਪਾਸੇ ਤੋਰੇਗਾ ਪ੍ਰਮਾਤਮਾ ਦੇ, ਤਾਂ ਹੀ ਫਿਰ ਹਿਰਦੇ ਦੇ ਵਿੱਚ ਖੜਾਓ ਹੋਵੇਗਾ। ਝੂਠੇ ਕਾਰਜ ਕਰੇਗਾ, ਹਿਰਦੇ ਦੇ ਵਿੱਚ ਝੂਠ, ਪਰ ਮੋੜੇਗਾ ਜਦੋਂ ਮਾਲਕ ਵਾਲੇ ਪਾਸੇ ਨੂੰ, ਤਾਂ ਹਿਰਦੇ ਦੇ ਵਿੱਚ ਫਿਰ ਸਤਿਗੁਰੂ ਜੀ ਆਖਦੇ ਹਨ ਕਿ ਜਿਹੜਾ ਵਿਗਾਸ ਹੈ ਨਾ, ਉਸ ਦੀ ਪ੍ਰਾਪਤੀ ਹੋ ਜਾਂਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਮਹੱਲਾ ਦੂਜਾ। ਨਾਲ ਇਆਣੇ ਦੋਸਤੀ ਵਡਾਰੂ ਸਿਓ ਨੇਹ, ਅਣਜਾਣ ਦੇ ਨਾਲ ਮਿੱਤਰਤਾ ਤੇ ਜਾਂ ਫਿਰ ਆਪਣੇ ਵੱਡੇ ਦੇ ਨਾਲ ਪਿਆਰ ਪਾਉਣਾ ਜੀ। ਇਹ ਦੋਨੋਂ ਹੀ ਕਾਰਜ ਸੰਭਵ ਨਹੀਂ, ਕਿਉਂਕਿ ਅਣਜਾਣ ਮਨੁੱਖ ਦੇ ਆਖੇ ਲਾਕੇ, ਬਾਲਕ ਦੇ ਆਖੇ ਲਾਕੇ ਕੀਤਾ ਕਾਰਜ ਉਹ ਦਰੁਸਤ ਨਹੀਂ ਹੋਵੇਗਾ, ਕਿਉਂਕਿ ਅਣਜਾਣ ਮਤ ਹੈ। ਤੇ ਆਪਣੇ ਤੋਂ ਵੱਡੇ ਦੇ ਵੀ ਜੇਕਰ ਨਾਲ ਅਸੀਂ ਦੋਸਤੀ ਪਾਵਾਂਗੇ ਤੇ ਉੱਥੇ ਵੀ ਅਸੀਂ ਫਿਰ ਜਿਹੜੇ ਹੈ ਉਹ ਸੁਚੱਜੇ ਜੀਵਨ ਵਾਲੇ ਨਹੀਂ ਹੋਵਾਂਗੇ। ਹੁਣ ਬਜ਼ੁਰਗਾਂ ਦੇ ਨਾਲ ਮਨੁੱਖ ਦੋਸਤੀ ਪਾਵੇ ਤੇ ਉੱਥੇ ਸਾਰੀਆਂ ਗੱਲਾਂ ਮੰਨਣੀਆਂ ਪੈਣਗੀਆਂ, ਤੁਹਾਡਾ ਤਰਕ ਨਹੀਂ ਚੱਲੇਗਾ। ਉਹਨਾਂ ਨੇ ਆਖਣਾ ਸਾਡੇ ਕੋਲ ਜ਼ਿੰਦਗੀ ਦਾ ਤਜਰਬਾ ਹੈ। ਤਾਂ ਇੱਕ ਲੈਵਲ ਹੈ ਵਿਚਾਰਾਂ ਦਾ। ਗੁਰਬਾਣੀ ਪੜ੍ਹਨ ਵਾਲਾ ਜਿਹੜਾ ਮਨੁੱਖ ਹੈ, ਉਸ ਦੀ ਵਿਚਾਰਧਾਰਾ ਬਾਣੀ ਪੜ੍ਹਨ ਵਾਲੇ ਦੇ ਨਾਲ ਹੀ ਰਲਦੀ ਹੋਵੇਗੀ। ਨਸ਼ੇ ਕਰਨ ਵਾਲਾ ਨਸ਼ੇ ਕਰਨ ਵਾਲੇ ਦੇ ਕੋਲ ਬੈਠੇਗਾ, ਗੁਰਮੁਖ ਗੁਰਮੁਖ ਦੇ ਕੋਲ ਬੈਠੇਗਾ, ਬਾਲਕ ਬਾਲਕ ਇਕੱਠੇ ਹੋਵਣਗੇ, ਬਜ਼ੁਰਗਾਂ ਦੇ ਵਿੱਚ ਬਜ਼ੁਰਗ ਬੈਠਣਗੇ। ਜਿਸ ਪ੍ਰਕਾਰ ਦੀ ਮਨੁੱਖ ਦੀ ਵਿਚਾਰਧਾਰਾ, ਉਸੇ ਹੀ ਪ੍ਰਕਾਰ ਦੇ ਉਸ ਨੂੰ ਸਾਥੀ ਪ੍ਰਾਪਤ ਹੁੰਦੇ ਹਨ। ਸਤਿਗੁਰੂ ਜੀ ਨੇ ਸਮਝਾਇਆ ਕਿ ਅਣਜਾਣ ਦੇ ਨਾਲ ਤੇ ਜਿਹੜਾ ਵਡਾਰੂ ਵੱਡਾ ਮਨੁੱਖ ਆਪਣੇ ਨਾਲੋਂ ਵੱਡਾ ਹੈ ਮਾਇਕ ਪਦਾਰਥਾਂ ਕਰਕੇ, ਉਸ ਦੇ ਨਾਲ ਦੋਸਤੀ ਜਿਹੜੀ ਉਹ ਰਾਸ ਨਹੀਂ ਆਉਂਦੀ। ਤੇ ਉਹ ਦੋਸਤੀ ਕਿਸ ਪ੍ਰਕਾਰ ਦੀ, ਸਤਿਗੁਰੂ ਜੀ ਨੇ ਉਦਾਹਰਨ ਦੱਸੇ ਜੀ ਕਿ ਪਾਣੀ ਅੰਦਰ ਲੀਕ ਜਿਉਂ ਤਿਸਦਾ ਥਾਉ ਨ ਥਿਓ। ਇਹ ਤਾਂ ਇਉਂ ਹੈ ਜੀ ਜਿਵੇਂ ਪਾਣੀ ਦੇ ਵਿੱਚ ਕੋਈ ਲਕੀਰ ਖਿੱਚ ਦਿੰਦਾ ਹੋਵੇ ਤੇ ਆਖੇ ਕਿ ਵੇਖੋ ਭਾਈ ਇਹ ਪੱਕੀ ਹੈ, ਪਰ ਉਹ ਲਕੀਰ ਖਤਮ ਹੁੰਦੀ, ਉਸ ਦਾ ਨਾ ਕੋਈ ਨਿਸ਼ਾਨ ਰਹਿੰਦਾ ਤੇ ਨਾ ਹੀ ਉਸ ਦਾ ਕੋਈ ਨਾਮ ਰਹਿੰਦਾ ਹੈ। ਅਣਜਾਣ ਨਾਲ ਮਿੱਤਰਤਾ ਜਾਂ ਆਪਣੇ ਨਾਲੋਂ ਵੱਡੇ ਦੇ ਨਾਲ ਪਿਆਰ, ਇਹ ਤਾਂ ਇਉਂ ਜਿਵੇਂ ਪਾਣੀ ਦੇ ਵਿੱਚ ਲੀਕ ਹੈ ਤੇ ਉਸ ਲੀਕ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੁੰਦਾ ਹੈ। ਬਰਾਬਰਤਾ, ਜਿੱਥੇ ਵਿਚਾਰਾਂ ਦੀ ਬਰਾਬਰਤਾ ਹੈ, ਜਿੱਥੇ ਭਾਵਨਾ ਹੈ, ਇੱਕ ਪ੍ਰਕਾਰ ਦੇ ਵਿਚਾਰ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਕੇ ਸਮਝਾ ਰਹੇ ਹਨ। ਮਹੱਲਾ ਦੂਜਾ। ਹੋਏ ਇਆਣਾ ਕਰੇ ਕੰਮ ਆਨ ਨਾ ਸਕੈ ਰਾਸ। ਜਿਵੇਂ ਪਹਿਲਾਂ ਵੀ ਬੇਨਤੀ ਕਰਦੇ ਪਏ ਨਾ ਕਿ ਅਣਜਾਣ ਮਨੁੱਖ ਨੇ, ਨਿਆਣੇ ਮਨੁੱਖ ਨੇ, ਨਿਆਣੇ ਬਾਲਕ ਨੇ ਕੋਈ ਕਾਰਜ ਆਰੰਭ ਕੀਤਾ ਤੇ ਹੋ ਸਕਦਾ ਉਸ ਦਾ ਸੁਭਾਅ ਬਾਅਦ ਵਿੱਚ ਬਦਲ ਜਾਵੇ ਜੀ, ਤੇ ਤੁਰੰਤ ਉਹ ਦੂਸਰੇ ਪਾਸੇ ਤੁਰ ਪਵੇ। ਜਿਵੇਂ ਘਰ ਦੇ ਵਿੱਚ ਬੱਚਾ ਖੇਡਦਾ ਪਿਆ, ਉਸ ਦੇ ਕੋਲ ਬੜੇ ਖਿਡੌਣੇ ਹਨ। ਪਹਿਲਾਂ ਇੱਕ ਖਿਡੌਣੇ ਦੇ ਨਾਲ ਉਸਨੇ ਖੇਡਣਾ ਆਰੰਭ ਕੀਤਾ, ਕੁਝ ਸਮੇਂ ਬਾਅਦ ਉਸ ਦੀ ਵਿਚਾਰਧਾਰਾ ਬਦਲ ਗਈ, ਮਨ ਦੇ ਵਿੱਚ ਹੋਰ ਖਿਆਲ ਆਇਆ, ਉਸ ਖੇਡ ਨੂੰ ਉੱਥੇ ਛੱਡ ਕੇ ਦੂਜੀ ਖੇਡ ਆਰੰਭ ਕਰ ਦਿੱਤੀ ਜੀ। ਕਾਰਜ ਸਿਰੇ ਨਹੀਂ ਚੜੇਗਾ। ਤੁਸੀਂ ਬਾਲਕ ਨੂੰ ਕਿਸੇ ਆਖੇ ਲਾਉਣ ਦਾ ਕਾਰਜ ਕਰੋ ਤੇ ਉਹ ਤੁਰੇਗਾ ਤਾਂ ਜ਼ਰੂਰ ਉਤਸ਼ਾਹ ਦੇ ਨਾਲ, ਪਰ ਬਾਅਦ ਵਿੱਚ ਛੱਡ ਦੇਵੇਗਾ। ਉਹ ਕਾਰਜ ਤੁਹਾਨੂੰ ਆਪ ਹੀ ਪੂਰਾ ਕਰਨਾ ਪਵੇਗਾ। ਤਾਂ ਅਣਜਾਣ ਮਨ
ਇਸ ਦੇ ਆਖੇ ਜਿਹੜਾ ਕੰਮ ਚੱਲਦਾ ਪਿਆ ਜੀ, ਸਤਿਗੁਰੂ ਜੀ ਆਖਦੇ ਹਨ ਕਿ ਮਨ ਕੋਈ ਵੀ ਕਾਰਜ ਕਰਦਾ ਹੋਵੇ ਨਾ, ਉਹ ਸਿਰੇ ਨਹੀਂ ਚੜ੍ਹਦਾ ਹੈ। ਕਾਰਨ ਕੀ ਜੀ, ਕਿ ਮਨ ਦੇ ਬਲਬਲੇ ਬਦਲਦੇ ਰਹਿੰਦੇ ਹਨ, ਬਾਹਰੀ ਦਿੱਖ ਤੋਂ ਪ੍ਰਭਾਵਿਤ ਹੋਵਣਗੇ। ਅੱਜ ਸੋਚਿਆ ਮੇਰੇ ਮਨ ਨੇ ਕਿ ਮੈਂ ਦੁਕਾਨ ਪਾ ਲੈਣੀ ਹੈ। ਸਾਰਾ ਦਿਨ ਇਸੇ ਹੀ ਪ੍ਰਕਾਰ ਦੀਆਂ ਵਿਚਾਰਾਂ ਚੱਲਦੀਆਂ ਰਹੀਆਂ। ਪੁੱਛ ਵੀ ਲਿਆ ਵੱਖ-ਵੱਖ ਥਾਵਾਂ ਦੇ ਉੱਪਰ ਉਹ ਦੁਕਾਨ ਕਿਵੇਂ ਪਾਈ ਜਾਵੇ, ਫਿਰ ਉਸ ਦੇ ਵਿੱਚ ਪਦਾਰਥ ਕਿਹੜੇ ਪਾਉਣੇ ਹਨ। ਸ਼ਾਮਾਂ ਤੱਕ ਜਾਂਦਿਆਂ ਜਾਂਦਿਆਂ ਮਨ ਦੀ ਵਿਚਾਰਧਾਰਾ ਬਦਲ ਗਈ। ਨਹੀਂ, ਦੁਕਾਨ ਤੇ ਕੌਣ ਸਾਰਾ ਦਿਨ ਵੱਜਾ ਰਹੇ, ਖੇਤੀ ਵਾਲਾ ਕਾਰਜ ਕਰਦੇ ਹਾਂ। ਚਲੋ ਜੀ, ਖੇਤੀ ਵਾਲੇ ਪਾਸੇ ਦੀ ਵਿਚਾਰਧਾਰਾ ਤੁਰ ਪਈ। ਹੁਣ ਸੋਚਿਆ ਵੀ ਜੇਕਰ ਖੇਤੀ ਦਾ ਕੰਮ ਕਰਨਾ ਆਰੰਭ ਕੀਤਾ ਤੇ ਇਸ ਦੇ ਵਿੱਚ ਵੀ ਨਫਾ ਨੁਕਸਾਨ ਹੈ। ਮਨੁੱਖ ਨੂੰ ਵੱਜਣਾ ਪਵੇਗਾ, ਰੁਕਣਾ ਪਵੇਗਾ। ਮੀਂਹ ਹਨੇਰੀ ਦਾ ਪਤਾ ਨਹੀਂ, ਮੌਸਮ ਦਾ ਪਤਾ ਨਹੀਂ, ਫਸਲ ਬੀਜਣੀ ਕਿਹੜੀ ਕਦੋਂ, ਉਸ ਬਾਰੇ ਵੀ ਨਹੀਂ ਪਤਾ। ਫਿਰ ਇਸ ਵਾਸਤੇ ਸਾਰੇ ਸੰਦ-ਬੰਦ ਚਾਹੀਦੇ ਹਨ, ਉਹ ਵੀ ਸਾਰਾ ਪ੍ਰਬੰਧ ਕਰਨਾ ਪਵੇਗਾ। ਨਹੀਂ, ਖੇਤੀ ਵਾਲਾ ਵੀ ਕਾਰਜ ਚੰਗਾ ਨਹੀਂ, ਕੋਈ ਨੌਕਰੀ ਹੀ ਲੱਭਦੇ ਹਾਂ। ਹੁਣ ਮਨ ਨੇ ਆਖਿਆ ਨੌਕਰੀ ਲੱਭਦੇ ਹਾਂ ਜੀ, ਤੇ ਉਸ ਪਾਸੇ ਨੂੰ ਤੁਰ ਪਏ। ਨੌਕਰੀ ਦੇ ਯਤਨ ਕਰਨੇ ਆਰੰਭ ਕਰ ਦਿੱਤੇ। ਤੇ ਫਿਰ ਵੇਖਿਆ ਜੀ ਕਿ ਉੱਥੇ ਤਾਂ ਫਿਰ ਜਿਹੜਾ ਮਾਲਕ ਹੋਵੇਗਾ, ਜਿਹੜਾ ਅਫਸਰ ਹੋਵੇਗਾ, ਉਸ ਦੇ ਅਨੁਸਾਰ ਚੱਲਣਾ ਪੈਣਾ ਹੈ। ਹਰ ਰੋਜ਼ ਸਵੇਰੇ ਤਿਆਰ ਹੋ ਕੇ ਜਾਵਾਂਗੇ, ਸਵੇਰ ਤੋਂ ਸ਼ਾਮ ਤੱਕ ਉੱਥੇ। ਐਤਵਾਰ ਹੀ ਛੁੱਟੀ ਪ੍ਰਾਪਤ ਹੋਵੇਗੀ, ਸਾਰਾ ਹਫ਼ਤਾ ਵੱਜਣਾ ਪੈਣਾ। ਕਿਹੜਾ ਸਵੇਰੇ ਉੱਠ ਕੇ ਕਾਰਜ ਕਰੇ ਜੀ। ਸੋ ਲਗਾਤਾਰ ਮਨ ਦੇ ਵਿਚਾਰ ਬਦਲਦੇ ਰਹੇ ਤਾਂ ਕੋਈ ਵੀ ਕਾਰਜ ਸਿਰੇ ਨਾ ਚੜ੍ਹਿਆ ਜੀ। ਤੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਇਹ ਵੀ ਹੋ ਸਕਦਾ ਕਿ ਜੇਕਰ ਮਨ ਦੇ ਪਿੱਛੇ ਲੱਗੀਆਂ ਇੱਕ ਅੱਧ ਚੰਗੀ ਕਰੇ, ਦੂਜੀ ਪੀਵੇ ਰਾਸ। ਹੋ ਸਕਦਾ ਕਿ ਇਸ ਅਣਜਾਣ ਨਿਆਣੇ ਮਨ ਦੇ ਆਖੇ ਲੱਗਿਆ ਕੋਈ ਇੱਕ ਅੱਧਾ ਕੰਮ ਚੰਗਾ ਵੀ ਹੋ ਗਿਆ, ਪਰ ਦੂਜਾ ਕਾਰਜ ਜਿਹੜਾ ਉਹ ਵਿਗੜਦਾ ਹੀ ਹੋਵੇਗਾ। ਦੂਸਰੇ ਕਾਰਜ ਦੇ ਵਿੱਚ ਜ਼ਰੂਰ ਵਿਗਾੜ ਪਾ ਜਾਵੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਪੌੜੀ ਦੇ ਦੁਆਰਾ। ਪਹਿਲੇ ਇਹ ਸ਼ਲੋਕ ਜਿਹੜੇ ਹਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਪੌੜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ। ਸਤਿਗੁਰੂ ਜੀ ਨੇ ਵੀ ਨਾਲ ਉਹ ਜਿਹੜੀ ਚਾਕਰ ਭਾਵਨਾ, ਸੇਵਕ ਭਾਵਨਾ ਨਾ, ਸੁਚੱਜੀ ਮਤ ਦੇ ਨਾਲ ਕੀਤਾ ਜਾਣ ਵਾਲਾ ਜੋ ਕਾਰਜ ਹੈ, ਉਸ ਸੰਬੰਧੀ ਹੀ ਸਮਝਾਉਣਾ ਕੀਤਾ। ਚਾਕਰ ਲੱਗੇ ਚਾਕਰੀ, ਜੇ ਚੱਲੈ ਖਸਮੇ ਪਾਏ। ਜਿਹੜਾ ਨੌਕਰ ਹੈ ਨਾ, ਸੇਵਕ ਹੈ, ਮਾਲਕ ਦੇ ਆਖੇ ਚੱਲੇ ਜੀ, ਉਸ ਦੀ ਮਰਜ਼ੀ ਦੇ ਅਨੁਸਾਰ ਤੁਰਦਾ ਹੋਵੇ, ਉਹ ਹੀ ਮਾਲਕ ਦੀ ਨੌਕਰੀ ਕਰ ਰਿਹਾ। ਸਮਝੋ ਕਿ ਉਹ ਫਿਰ ਵਾਕਿਆ ਹੀ ਸੇਵਕ ਹੈ ਨਾ। ਤੇ ਜੇਕਰ ਮਾਲਕ ਆਖੇ ਚੜ੍ਹਦੇ ਨੂੰ ਜਾਣਾ ਤੇ ਨੌਕਰ ਆਖੇ ਲੈਂਦੇ ਨੂੰ ਜਾਣਾ, ਤਾਂ ਭਾਈ ਉਹ ਕਾਰਜ ਰਾਸ ਨਹੀਂ ਹੋਵੇਗਾ। ਮਾਲਕ ਨੇ ਘਰੋਂ ਤੁਰ ਲੱਗਿਆ ਆਪਣੇ ਨੌਕਰ ਨੂੰ ਆਖਿਆ ਕਿ ਜਿਹੜੀਆਂ ਫਾਈਲਾਂ ਹਨ, ਇਹਨਾਂ ਦੇ ਉੱਪਰ ਫਲਾਣੇ ਫਲਾਣੇ ਆਫਿਸਰ ਦੇ ਦਸਖਤ ਕਰਾਉਣੇ ਹਨ ਤੇ ਫਲਾਣੇ ਫਲਾਣੇ ਦਫ਼ਤਰ ਦੇ ਵਿੱਚ ਇਹ ਫਾਈਲਾਂ ਪਹੁੰਚਾ ਦੇਣੀਆਂ ਹਨ। ਮਾਲਕ ਆਪ ਘਰੋਂ ਗਿਆ ਇੱਕ ਦਿਨ ਦੀ ਛੁੱਟੀ ਦੇ ਉੱਪਰ। ਨੌਕਰ ਨੇ ਕੀ ਕੀਤਾ ਜੀ ਕਿ ਫਾਈਲਾਂ ਤਾਂ ਉੱਥੇ ਪਈਆਂ ਰਹਿਣ ਦਿੱਤੀਆਂ। ਘਰ ਦੀ ਪਹਿਲਾਂ ਸਫਾਈ ਕੀਤੀ, ਸਜਾਵਟ ਕੀਤੀ, ਬਾਹਰ ਜਿਹੜਾ ਪਾਰਕ ਵਗੈਰਾ ਸੀ ਉਸ ਨੂੰ ਸਾਫ਼ ਕੀਤਾ, ਘਾਹ ਕੱਟਿਆ, ਫੁੱਲਾਂ ਦੀ ਕਾਟ ਛਾਂ ਕਰਨਾ ਕੀਤੀ, ਬੜੀ ਸਫਾਈ ਕੀਤੀ। ਘਰ ਦਾ ਜਿਹੜਾ ਚਿਹਰਾ ਮੋਹਰਾ ਹੀ ਬਦਲ ਗਿਆ ਸੀ, ਮੁਹਾਂਦਰਾ ਬਦਲ ਗਿਆ। ਇੱਕ ਦਿਨ ਤੋਂ ਉਪਰੰਤ ਮਾਲਕ ਵਾਪਸ ਘਰ ਆਇਆ ਤੇ ਕੀ ਵੇਖਿਆ, ਘਰ ਬੜਾ ਸੋਹਣਾ ਬਣਿਆ ਹੋਇਆ ਸੀ, ਬੜੀ ਸਫਾਈ, ਹਰੇਕ ਹੀ ਵਸਤੂ ਥਾਂ ਬਾ ਥਾਂ ਪਈ ਹੋਈ ਸੀ। ਬੜਾ ਖੁਸ਼ ਹੋਇਆ ਆਪਣੇ ਨੌਕਰ ਦੇ ਉੱਪਰ। ਹੁਣ ਜਦੋਂ ਘਰ ਦੇ ਅੰਦਰ ਦਾਖਲ ਹੋਇਆ ਤੇ ਉਸ ਮੇਜ਼ ਦੇ ਉੱਪਰ ਉਹ ਸਾਰੀਆਂ ਹੀ ਫਾਈਲਾਂ ਪਈਆਂ ਸਨ। ਪੁੱਛਿਆ ਕਿ ਭਾਈ ਤੂੰ ਆ ਫਾਈਲਾਂ ਵਾਲਾ ਕਾਰਜ ਕਿਉਂ ਨਹੀਂ ਕੰਪਲੀਟ ਕੀਤਾ, ਕਿਉਂ ਨਹੀਂ ਪੂਰਾ ਕੀਤਾ? ਤੇ ਆਖਿਆ ਮਾਲਕ ਜੀ, ਮੈਂ ਤਾਂ ਸਾਰਾ ਦਿਨ ਸਫਾਈ ਦੇ ਵਿੱਚ ਹੀ ਲੱਗਿਆ ਰਿਹਾ। ਤੁਹਾਡੇ ਗਿਆਨ ਤੋਂ ਮਗਰੋਂ ਸਫਾਈਆਂ ਕੀਤੀਆਂ, ਘਾਹ ਕੱਟਿਆ, ਬੂਟੇ ਆਦਿ ਕੱਟਣਾ ਕੀਤੇ, ਮੇਰਾ ਤਾਂ ਵੇਲ ਹੀ ਨਹੀਂ ਲੱਗਿਆ। ਤਾਂ ਕੀ ਉਸ ਨੌਕਰ ਦੇ ਉੱਪਰ ਮਾਲਕ ਖੁਸ਼ ਹੋਵੇਗਾ? ਨਹੀਂ ਖੁਸ਼ ਹੋਵੇਗਾ, ਕਿਉਂਕਿ ਜੋ ਉਸਨੇ ਹੁਕਮ ਕੀਤਾ ਸੀ ਉਹ ਕਾਰਜ ਨਹੀਂ ਕੀਤਾ, ਮਰਜ਼ੀ ਵਾਲਾ ਕਾਰਜ ਕੀਤਾ ਹੈ।
ਜਿਹੜਾ ਮਾਲਕ ਨੇ ਹੁਕਮ ਨਹੀਂ ਸੀ ਕੀਤਾ। ਬੇਸ਼ੱਕ ਉਹ ਵੀ ਕਾਰਜ ਮਾਲਕ ਦੇ ਹੀ ਸਨ, ਪਰ ਮਾਲਕ ਦਾ ਹੁਕਮ ਕੁਝ ਹੋਰ ਪ੍ਰਾਪਤ ਹੋਇਆ ਸੀ। ਜੋ ਨੌਕਰ, ਜੋ ਸੇਵਕ, ਜੋ ਸੇਵਾਦਾਰ ਆਪਣੇ ਮਾਲਕ ਦੀ ਮਰਜ਼ੀ ਅਨੁਸਾਰ ਤੁਰੇ ਤਾਂ ਸਮਝੋ ਕਿ ਉਹ ਮਾਲਕ ਦੀ ਵਾਕਿਆ ਹੀ ਸੇਵਕੀ ਨੌਕਰੀ ਕਰਦਾ ਪਿਆ, ਤੇ ਹੁਰਮਤ ਇਸ ਨੂੰ ਅਗਲੀ ਉਹ ਵਜੋ ਪੈਦੂਣਾ ਖਾਏ। ਹੁਕਮ ਦੇ ਅਨੁਸਾਰ ਤੁਰਨ ਵਾਲਾ ਜਿਹੜਾ ਸੇਵਕ ਹੈ ਨਾ, ਉਸ ਨੂੰ ਮਾਲਕ ਦੇ ਦਰ ਤੇ ਬੜੀ ਹੀ ਇੱਜ਼ਤ ਪ੍ਰਾਪਤ ਹੋਵੇਗੀ। ਮਾਲਕ ਸ਼ਾਬਾਸ਼ ਦੇਵੇਗਾ, ਪੈਸੇ ਵੀ ਦੇਵੇਗਾ, ਵਡਿਆਈਆਂ ਦੇਵੇਗਾ, ਆਪਣੇ ਘਰ ਦਾ ਮੈਂਬਰਾਂ ਜੋ ਹੈ ਉਸ ਬਣਾ ਕੇ ਰੱਖੇਗਾ, ਘਰ ਦੇ ਮੈਂਬਰ ਦੀ ਨਿਆਈ ਰੱਖਦਾ ਹੋਵੇਗਾ, ਤੇ ਦੂਜੇ ਤਨਖਾਹ ਵੀ ਉਸ ਨੂੰ ਮਾਲਕ ਦੇ ਪਾਸੋਂ ਦੁੱਗਣੀ ਪ੍ਰਾਪਤ ਹੋਵੇਗੀ। ਭਾਈ ਅੱਜ ਤਿਉਹਾਰ ਹੈ, ਆ ਲੈ ਫਿਰ ਬੱਚਿਆਂ ਵਾਸਤੇ ਕੁਝ ਲੈ ਜਾਵੀਂ, ਭਾਵ ਉਸ ਨੂੰ ਲਾਭ ਪ੍ਰਾਪਤ ਹੋ ਰਿਹਾ ਮਾਲਕ ਦੇ ਹੁਕਮ ਦੇ ਵਿੱਚ ਚੱਲਣ ਦੇ ਨਾਲ। ਤੇ ਖਸਮੇ ਕਰੇ ਬਰਾਬਰੀ, ਫਿਰ ਗੈਰ ਤੇ ਅੰਦਰ ਪਾਏ। ਹੁਣ ਇੱਕ ਹੋਰ ਨੌਕਰ ਹੈ ਜਿਹੜਾ ਆਪਣੇ ਮਾਲਕ ਦੀ ਬਰਾਬਰੀ ਕਰਦਾ ਪਿਆ, ਬਰਾਬਰ ਸੋਫੇ ਤੇ ਬੈਠਦਾ ਪਿਆ, ਬਰਾਬਰ ਉਸ ਦੇ ਬੈਠ ਕੇ ਕੱਪ ਚਾਹ ਵਾਲਾ ਫੜਦਾ ਪਿਆ, ਬਰਾਬਰਤਾ ਕਰਦਾ ਪਿਆ ਹੈ, ਹੁਕਮ ਘੱਟ ਮੰਨਦਾ, ਬਰਾਬਰਤਾ ਵੱਧ ਕਰਦਾ। ਤੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਉਹ ਬਰਾਬਰੀ ਕਰਨ ਵਾਲਾ ਜਿਹੜਾ ਮਾਲਕ ਦੇ ਨਾਲ ਬਰਾਬਰ ਹੋਣਾ ਚਾਹੁੰਦਾ ਹੈ ਨਾ, ਜਾਂ ਮਾਲਕ ਨਾਲ ਸਾਵਾਂ ਹੋਣ ਦਾ ਯਤਨ ਕਰਦਾ, ਫਿਰ ਗੈਰ ਤੇ ਅੰਦਰ ਪਾਏ, ਉਸ ਨੂੰ ਫਿਰ ਸ਼ਰਮਿੰਦਗੀ ਹੀ ਉਠਾਉਣੀ ਪਵੇਗੀ। ਮਾਲਕ ਵੀ ਟੋਕੇਗਾ ਕਿ ਤੂੰ ਭਾਈ ਕੀ ਕਾਰਜ ਕਰਦਾ ਪਿਆ। ਜਿਹੜਾ ਕੋਈ ਆਇਆ ਗਿਆ ਹੋਵੇਗਾ ਉਹ ਵੀ ਉਸ ਨੂੰ ਰੋਕੇਗਾ ਕਿ ਤੂੰ ਨੌਕਰ ਹੈ ਤੇ ਨੌਕਰਾਂ ਵਾਲੀ ਜਗ੍ਹਾ ਦੇ ਉੱਪਰ ਰਹਿ, ਮਾਲਕ ਬਣਨ ਦਾ ਯਤਨ ਨਾ ਕਰ, ਤਾਂ ਉਸ ਨੂੰ ਸ਼ਰਮਿੰਦਗੀ ਉਠਾਉਣੀ ਪਵੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਨਾਲ ਇਹ ਵੀ ਸਮਝਾ ਦਿੱਤਾ ਕਿ ਵਜਹੋਂ ਗਵਾਏ ਅਗਲਾ ਮੋਹੇ ਪਾਣਾ ਖਾਏ। ਪਹਿਲਾਂ ਤਾਂ ਜਿਹੜੀ ਉਸ ਨੂੰ ਵਜੋਂ ਭਾਵ ਤਨਖਾਹ ਮਿਲਦੀ ਸੀ ਨਾ, ਉਹ ਵੀ ਗਵਾ ਲਵੇਗਾ, ਕਿਉਂਕਿ ਮਾਲਕ ਉਸ ਨੂੰ ਨੌਕਰੀ ਤੋਂ ਕੱਢ ਦੇਵੇਗਾ ਕਿ ਤੂੰ ਚੰਗਾ ਕਾਰਜ ਕਰਦਾ ਪਿਆ, ਬਰਾਬਰ ਆਣ ਕੇ ਬੈਠਦਾ ਪਿਆ, ਸਾਰਿਆਂ ਦੇ ਵਿੱਚ ਕਹਿਣਾ ਵੀ ਨਹੀਂ ਤੂੰ ਮੰਨਦਾ ਪਿਆ। ਤੇ ਫਿਰ ਸਤਿਗੁਰੂ ਜੀ ਆਖਦੇ ਹਨ ਕਿ ਸਦਾ ਹੀ ਮੂੰਹ ਦੇ ਉੱਪਰ ਜੁੱਤੀਆਂ ਖਾਂਦਾ, ਭਾਵ ਝਿੜਕਾਂ ਪ੍ਰਾਪਤ ਹੁੰਦੀਆਂ ਹਨ। ਇੱਕ ਨੌਕਰ ਹੈ ਜਿਹੜਾ ਹੁਕਮ ਦੇ ਵਿੱਚ ਰਹਿ ਕੇ ਕਾਰਜ ਕਰਦਾ, ਮਾਲਕ ਤੋਂ ਸ਼ਾਬਾਸ਼ ਪ੍ਰਾਪਤ ਹੁੰਦੀ, ਤੇ ਇੱਕ ਮਾਲਕ ਦੀ ਬਰਾਬਰੀ ਕਰਦਾ ਜੀ, ਤੇ ਉਸ ਨੂੰ ਹਰ ਵੇਲੇ ਝਿੜਕਾਂ ਹੀ ਪ੍ਰਾਪਤ ਹੁੰਦੀਆਂ ਹਨ ਮਾਲਕ ਦੇ ਕੋਲੋਂ। ਤਨਖਾਹ ਦੀ ਤਾਂ ਦੂਰ ਦੀ ਗੱਲ, ਝਿੜਕਾਂ ਹੀ ਝਿੜਕਾਂ ਮਿਲਦੀਆਂ। ਤੇ ਸਤਿਗੁਰੂ ਜੀ ਨੇ ਸਮਝਾ ਦਿੱਤਾ, ਜਿਸ ਦਾ ਦਿੱਤਾ ਖਾਵਨਾ ਤਿਸ ਕਹੀਆ ਸਾਬਾਸ। ਜਿਸ ਮਾਲਕ ਦਾ ਦਿੱਤਾ ਖਾਈਏ ਨਾ, ਸਦਾ ਹੀ ਉਸ ਦੀ ਵਡਿਆਈ ਕਰਨੀ ਚਾਹੀਦੀ ਹੈ, ਉਸ ਨੂੰ ਸ਼ਾਬਾਸ਼ ਕਹਿਣਾ ਚਾਹੀਦਾ ਹੈ, ਉਸ ਨੂੰ ਵਡਿਆਉਣਾ ਚਾਹੀਦਾ ਹੈ। ਉੱਠਦਿਆਂ ਬੈਠਦਿਆਂ ਪ੍ਰਸ਼ਾਦਾ ਛਕਣ ਲੱਗਿਆਂ ਹਰ ਥਾਂ ਦੇ ਉੱਪਰ ਹੀ ਉਸ ਮਾਲਕ ਨੂੰ ਯਾਦ ਕੀਤਾ ਜਾਵੇ ਕਿ ਮਾਲਕ ਦਾ ਦਿੱਤਾ ਹੋਇਆ ਸਾਰਾ ਕੁਝ ਹੈ। ਇਹ ਮੇਰਾ ਘਰ, ਮੇਰਾ ਪਰਿਵਾਰ, ਮੇਰੇ ਕੋਲ ਜਿਤਨੇ ਪਦਾਰਥ ਮੇਰੇ ਮਾਲਕ ਨੇ ਮੈਨੂੰ ਦਿੱਤੇ ਹੋਏ ਹਨ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਨਾਲ ਹੀ ਸਮਝਾਇਆ, ਨਾਨਕ ਹੁਕਮ ਨ ਚੱਲਈ ਨਾਲ ਖਸਮ ਚੱਲੈ ਅਰਦਾਸ। ਕਿਉਂਕਿ ਮਾਲਕ ਦੇ ਸਨਮੁਖ ਹੁਕਮ ਨਹੀਂ ਚੱਲ ਸਕਦਾ, ਮਾਲਕ ਨੂੰ ਹੁਕਮ ਨਹੀਂ ਕੀਤਾ ਜਾ ਸਕਦਾ, ਮਾਲਕ ਦੇ ਸਨਮੁਖ ਬੇਨਤੀ ਹੀ ਕੀਤੀ ਜਾ ਸਕਦੀ ਹੈ। ਅਸੀਂ ਹੁਣ ਆਪ ਵੇਖ ਸਕਦੇ ਹਾਂ ਜੀ ਕਿ ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ ਤੇ ਕੀ ਗੁਰੂ ਨੂੰ ਹੁਕਮ ਕਰਾਂਗੇ ਕਿ ਭਾਈ ਮੇਰਾ ਇਹ ਕਾਰਜ ਕਰ ਦੇ? ਨਹੀਂ, ਇੱਥੇ ਬੇਨਤੀ ਹੀ ਹੋਵੇਗੀ, ਇੱਥੇ ਤਰਲਾ ਹੋਵੇਗਾ, ਇੱਥੇ ਅਰਦਾਸ ਹੋਵੇਗੀ ਕਿ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਪਦਾਰਥ ਹਨ, ਇਹ ਜੋ ਵਸਤੂਆਂ ਹਨ, ਆਪ ਕਿਰਪਾ ਕਰਕੇ ਤਰਸ ਕਰਕੇ ਮੇਰੀ ਝੋਲੀ ਦੇ ਵਿੱਚ ਪਾ ਦੇਵੋ ਜੀ। ਤੇ ਮਾਲਕ ਖੁਸ਼ ਹੋਵੇਗਾ। ਤੇ ਉਹ ਸੇਵਕ ਦੇ ਉੱਪਰ ਕਦੇ ਖੁਸ਼ ਨਹੀਂ ਹੋਵੇਗਾ ਜਿਹੜਾ ਹੁਕਮ ਦੇ ਵਿੱਚ ਨਹੀਂ, ਮਨ ਦੀ ਮਰਜ਼ੀ ਕਰਦਾ ਪਿਆ, ਮਨ ਦੇ ਅਨੁਸਾਰ ਤੁਰਦਾ ਪਿਆ, ਉਹ ਮਾਲਕ ਦੇ ਦਰ ਤੋਂ ਵਡਿਆਈਆਂ ਨਹੀਂ ਪ੍ਰਾਪਤ ਕਰ ਸਕਦਾ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਪੌੜੀ ਦੇ ਵਿੱਚ ਤੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਸ਼ਲੋਕਾਂ ਦੁਆਰਾ ਉਹ ਬਖਸ਼ਿਸ਼ ਕੀਤਾ ਗਿਆਨ ਸਾਨੂੰ ਕਿ ਭਾਈ ਜੇਕਰ ਤੁਸੀਂ ਸੇਵਕ ਬਣ ਜਾਵੋਗੇ ਨਾ,
ਤਾਂ ਮਾਲਕ ਦੇ ਦਰ ਦੇ ਉੱਪਰ ਵਡਿਆਈਆਂ ਪ੍ਰਾਪਤ ਹੋਵਣਗੀਆਂ ਤੇ ਸੇਵਕ ਵੀ ਉਹ ਜਿਹੜਾ ਨਿਮਰਤਾ ਸਹਿਤ ਮਾਲਕ ਜੀ ਦੇ ਚਰਨਾਂ ਦੇ ਵਿੱਚ ਬੈਠ ਕਰ ਉਹਨਾਂ ਦੇ ਹੁਕਮ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ, ਨਾ ਕਿ ਮਾਲਕ ਆਪਣੇ ਨੂੰ ਹੀ ਹੁਕਮ ਕਰਦਾ ਹੋਵੇ ਤੇ ਉਸ ਦੇ ਸਾਹਮਣੇ ਹੰਕਾਰ ਕਰਦਾ ਹੋਵੇ, ਗਰਬ ਕਰਦਾ ਹੋਵੇ ਜਾਂ ਗੱਲਾਂ ਵੀ ਉਸ ਦੇ ਸਾਹਮਣੇ ਵਧੇਰੇ ਕਰਦਾ ਹੋਵੇ। ਐਸਾ ਨਹੀਂ, ਸਗੋਂ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ। ਇਹ ਜੀਵਨ ਹੋਵੇਗਾ ਤੇ ਫਿਰ ਮਨੁੱਖ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਵੇਗਾ। ਸਤਿਗੁਰੂ ਜੀ ਕਿਰਪਾ ਕਰਨ ਜੀ, ਰਹਿਮਤ ਕਰਨ, ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ, ਦਰੋਂ ਕਰੋ ਸਿੱਖੀ ਨਾਮਦਾਨ, ਭਰੋਸਾ ਦਾਨ ਬਖਸ਼ਿਸ਼ ਕਰਨ ਜੀ। ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ, ਆਪਸੀ ਪਰਸਪਰ ਪਿਆਰ, ਇਤਫਾਕ ਸਲੂਕ ਦੀਆਂ ਦਾਤਾਂ ਬਖਸ਼ਿਸ਼ ਕਰਨ। ਸੰਸਾਰ ਦੇ ਭਲੇ ਵਾਸਤੇ, ਆਂਢ ਗੁਆਂਢ ਦੇ ਭਲੇ ਵਾਸਤੇ, ਪਰਿਵਾਰ ਦੇ ਭਲੇ ਵਾਸਤੇ, ਆਪਣੇ ਭਲੇ ਵਾਸਤੇ ਅਰਦਾਸ ਕਰਦਿਆਂ ਹੋਇਆਂ ਸਾਰੀ ਸੰਗਤ ਉਚਾਰਨ ਕਰੋ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।